ਦਿਨ ਸੁਰਤ ਚਿਤਵਾਨ ਦਿਨ ਨੀਤ, ਖੋਲ ਕਪਟ ਗੁਰ ਮੇਲਿਆ। ਨਾਨਕ ਹਰ ਸੰਗ ਮੀਤ, ਸਾਜਨ ਤੇਰੇ ਚਰਨ ਕੀ। ਹੋਏ ਰਹਾ ਸਦ ਦੂਰ, ਨਾਨਕ ਸ਼ਰਨ ਤੁਹਾਰੀਆ। ਵੇਖੋ ਸਦਾ ਹਜੂਰ, ਮੈਂ ਨਹੀਂ ਕਿਛ ਹੋ ਨਹੀਂ, ਕਿਛ ਆਹੇ ਨ ਮੋਰਾ। ਅਵਸਰ ਲੱਜਾ ਰਖ ਲੈ, ਸਭਨ ਜਨ ਤੋਰਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੀਰ ਪੈਗੰਬਰ ਸਾਲਕ ਸਾਧਕ, ਸਹੁਦੇ ਔਰ ਸ਼ਹੀਦ। ਸੇਖ ਮਸ਼ਾਇਕ ਕਾਜੀ ਮੁੱਲਾ, ਦਰ ਦਰ ਵੇਸ ਰਸੀਦ। ਬਰਕਤ ਤਿਨ ਕੋ ਅਗਲੀ, ਪੜ੍ਹਦੇ ਰਹਿਣ ਦਰੂਦ। ਪੁੱਛ ਨ ਸਾਜੈ ਪੁੱਛ ਨ ਟਾਹੈ, ਪੁੱਛ ਨ ਲੇਵੈ ਦੇ। ਆਪਣੀ ਕੁਦਰਤ ਆਪੇ ਜਾਣੈ, ਆਪੇ ਕਰਨ ਕਰੇ। ਸਭਨਾ ਵੇਖੈ ਨਦਰ ਕਰ, ਜੈ ਪਾਵੈ ਤੈ ਦੇ। ਸਭਨਾ ਵੇਖੈ ਨਦਰ ਕਰ, ਜੈ ਪਾਵੈ ਤੈ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੀਰ ਪੈਗੰਬਰ ਸਾਲਕ ਸਾਧਕ, ਸਹੁਦੇ ਔਰ ਸ਼ਹੀਦ। ਸੇਖ ਮਸਾਇਕ ਕਾਜੀ ਮੁੱਲਾ, ਦਰ ਦਰ ਵੇਸ ਰਸੀਦ। ਬਰਕਤ ਤਿਨ ਕੋ ਅਗਲੀ, ਪੜ੍ਹਦੇ ਰਹਿਣ ਦਰੂਦ। ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੱਕੇ ਦੇ ਵਿੱਚ ਉਚਾਰਨ ਕੀਤੇ। ਆਪਾਂ ਪਿਛਲੇ ਦਿਨੀ ਸਰਵਣ ਕਰ ਰਹੇ ਸੀ, ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਮੱਕੇ ਗਏ, ਪਹਿਲਾਂ ਤਾਂ ਹਾਜੀ ਉਹਨਾਂ ਨੂੰ ਨਾਲ ਨਾ ਲੈ ਕੇ ਗਏ, ਪਰ ਸਤਿਗੁਰੂ ਪਾਤਸ਼ਾਹ ਆਪਣੀ ਆਤਮਿਕ ਸ਼ਕਤੀ ਨਾਲ ਹੀ ਮੱਕੇ ਪਹੁੰਚ ਗਏ। ਔਰ ਜਦ ਮੱਕੇ ਦੇ ਵਿੱਚ ਸਤਿਗੁਰੂ ਜਾਣ ਬੁੱਝ ਕੇ ਮੱਕੇ ਵੱਲ ਪੈਰ ਕਰਕੇ ਪਰਿਕਰਮਾ 'ਚ ਪੈ ਗਏ, ਤਾਂ ਉੱਥੋਂ ਦੇ ਇੱਕ ਸੇਵਾਦਾਰ ਨੇ, ਜਿਸ ਦਾ ਨਾਮ ਜੀਵਨ ਮੁੱਲਾ ਹੈ, ਉਸਨੇ ਆ ਕੇ ਪਾਤਸ਼ਾਹ ਜੀ ਨੂੰ ਪੈਰ ਦਾ ਠੇਡਾ ਮਾਰ ਕੇ ਪੁੱਛਿਆ, ਓਏ ਕੌਣ ਹੈ ਤੂੰ? ਬਜਗਾਰੀਆ, ਭਾਵ ਪਰਮੇਸ਼ਰ ਤੋਂ ਮਨੁੱਕਰ ਹੋਇਆ ਹੈ, ਪਰਮੇਸ਼ਰ ਦੇ ਘਰ ਵੱਲ, ਖੁਦਾ ਦੇ ਘਰ ਵੱਲ ਪੈਰ ਕਰਕੇ ਪਿਆ ਹੈ।
ਤਾਂ ਪਾਤਸ਼ਾਹ ਜੀ ਨੇ ਕਿਹਾ, ਭਾਈ ਰਾਤ ਦੇ ਥੱਕੇ ਹੋਏ ਸੀ, ਪਤਾ ਨਹੀਂ ਲੱਗਿਆ ਕਿੱਧਰ ਖੁਦਾ ਦਾ ਘਰ ਹੈ। ਜਿੱਧਰ ਤੇਰੇ ਖੁਦਾ ਦਾ ਘਰ ਨਹੀਂ, ਮੇਰੇ ਪੈਰ ਉੱਧਰ ਕਰ ਦੇ। ਜੀਵਨ ਮੁੱਲਾ ਨੇ ਫੜ ਕੇ ਪਾਤਸ਼ਾਹ ਜੀ ਨੂੰ ਪੈਰਾਂ ਕੋਲੋਂ ਲੰਮੇ ਪਿਆਂ ਦਾ ਸਰੀਰ ਘੁਮਾ ਦਿੱਤਾ। ਚੌਥਾ ਹਿੱਸਾ ਘੁਮਾਇਆ ਤੇ ਫਿਰ ਵੇਖਦਾ ਜਿਹੜਾ ਮੱਕਾ ਪਾਸੇ ਹੋ ਗਿਆ ਪੈਰਾਂ ਤੋਂ, ਜਾਂ ਪੈਰ ਮੱਕੇ ਤੋਂ ਪਾਸੇ ਹੋ ਗਏ, ਤਾਂ ਕੀ ਵੇਖਦਾ, ਮੱਕਾ ਫਿਰ ਪੈਰਾਂ ਦੇ ਸਾਹਮਣੇ ਖੜਾ ਸੀ। ਦੁਬਾਰਾ ਫਿਰ ਇਹਨੇ ਚੱਕ ਕੇ ਪੈਰ 2 ਫੁੱਟ ਗਾਹਾਂ ਫਿਰ ਘੁਮਾ ਦਿੱਤਾ, ਔਰ ਫਿਰ ਦੇਖਦਾ ਮੱਕਾ ਫਿਰ ਪੈਰਾਂ ਦੇ ਸਾਹਮਣੇ ਹੈ, ਤੇ ਹੈਰਾਨ ਹੋ ਗਿਆ, ਲੜਨ ਲੱਗਿਆ, ਲੜਾਈ ਹੋਣ ਲੱਗ ਪਈ। ਉੱਥੇ ਕਾਜੀ ਮੁਲਾਣੇ ਆਦਿ ਬਹੁਤ ਸਾਰੇ ਇਕੱਠੇ ਹੋ ਗਏ। ਫਿਰ ਸਤਿਗੁਰੂ ਉੱਠ ਬੈਠੇ ਤੇ ਉਹਨਾਂ ਦੇ ਨਾਲ ਵਿਚਾਰਾਂ ਕਰਨ ਲੱਗੇ ਕਿ ਪਰਮੇਸ਼ਰ ਤਾਂ ਹਰ ਥਾਂ 'ਤੇ ਵਸਦਾ ਹੈ, ਤੁਸੀਂ ਉਹਨੂੰ ਕੇਵਲ ਛਿਪ ਦੇ ਵੱਲ ਮੰਨਦੇ ਹੋ, ਇਕੱਲੇ ਮੱਕੇ ਵਿੱਚ ਮੰਨਦੇ ਹੋ। ਉਹ ਚੜ੍ਹਦੇ ਵੱਲ ਵੀ ਹੈ, ਦੱਖਣ ਵੱਲ ਵੀ ਹੈ, ਉੱਤਰ ਵੱਲ ਵੀ ਹੈ। ਤਾਂ ਇਸ ਤਰ੍ਹਾਂ ਗੁਰੂ ਪਿਆਰੋ ਸਤਿਗੁਰਾਂ ਨੇ ਉਹਨਾਂ ਨੂੰ ਗਿਆਨ ਦੇਣਾ ਸ਼ੁਰੂ ਕੀਤਾ। ਫਿਰ ਉਹ ਪੁੱਛਣ ਲੱਗੇ ਸਵਾਲ ਪਾਤਸ਼ਾਹ ਜੀ ਨੂੰ ਕਿ ਮਹਾਰਾਜ ਫਿਰ ਸਾਨੂੰ ਐਂ ਦੱਸੋ ਕਿ ਉਸ ਪਰਮੇਸ਼ਰ ਨੂੰ ਅਸੀਂ ਕਿਵੇਂ ਜਾਣਿਆ ਜਾਵੇ, ਕਿੱਥੇ ਰਹਿੰਦਾ, ਫਿਰ ਤੁਸੀਂ ਦੱਸੋ। ਬਾਬਾ ਜੀ ਕਹਿੰਦੇ ਉਹ ਹਰ ਥਾਂ 'ਤੇ ਰਹਿੰਦਾ। ਕੱਲ੍ਹ ਸਰਵਣ ਕਰ ਰਹੇ ਸੀ, ਬਾਬਾ ਅੱਲ੍ਹੋ ਅਗੰਮ ਅਪਾਰ, ਪਾਕੀ ਨਾਈ ਪਾਕ ਥਾਏ, ਸੱਚਾ ਪਰਵਤਗਾਰ। ਉਹ ਸਾਰੀਆਂ ਥਾਵਾਂ 'ਤੇ ਰਹਿੰਦਾ, ਸਾਰੀ ਧਰਤੀ ਉਸੇ ਦੀ ਹੈ। ਮਹਾਰਾਜ ਫਿਰ ਉਸ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ? ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਦੇ ਬਾਰੇ ਕਹਿਣਾ ਬਹੁਤ ਔਖਾ ਹੈ। ਕਹਿੰਦੇ ਉਹਦੇ ਬਾਰੇ ਕਹਿਣਾ ਔਖਾ ਹੈ ਤੇ ਉਹਦੇ ਹੁਕਮ ਹੀ ਦੱਸ ਦਿਓ। ਕਹਿੰਦੇ ਉਹਦਾ ਹੁਕਮ ਵੀ ਕਹਿਣਾ ਬੜਾ ਔਖਾ ਹੈ। ਤੇਰਾ ਹੁਕਮ ਨ ਜਾਪੀ ਕੇਤੜਾ ਲਿਖ ਨ ਜਾਣੈ ਕੋਏ, ਜੇ 100 ਸ਼ਾਇਰ ਮੇਲੀਏ, ਜੇ ਸੈਂਕੜੇ ਕਵੀ ਲਾ ਦਈਏ ਲਿਖਣ ਵਾਸਤੇ ਉਹਦੇ ਹੁਕਮ ਨੂੰ। ਜਿਵੇਂ ਸਭ ਤੋਂ ਤੇਜ਼ ਹਿੰਦੂ ਮੱਤ ਵਿੱਚ ਗਣੇਸ਼ ਹੈ, ਜੇ ਗਣੇਸ਼ ਵਰਗੇ ਅਨੇਕਾਂ ਹੀ ਉਸ ਦੇ ਹੁਕਮ ਨੂੰ ਲਿਖਣ ਲੱਗ ਜਾਣ ਤਾਂ ਵੀ ਲਿਖਿਆ ਨਹੀਂ ਜਾ ਸਕਦਾ। ਉਸ ਨੂੰ ਲਿਖਣਾ ਬਹੁਤ ਔਖਾ। ਲਿਖ ਨਾ ਜਾਣੈ ਕੋਏ, ਜੇ 100 ਸ਼ਾਇਰ ਮੇਲੀਐ, ਤਿਲ ਨਾ ਪੁਜਾਵੈ ਰੋਏ, ਕੀਮਤ ਕਿਨੇ ਨ ਪਾਈਆ, ਸਭ ਸੁਣ ਸੁਣ ਆਖੈ ਸੋਏ। ਅੱਜ ਤੱਕ ਜਿੰਨਾ ਵੀ ਦੁਨੀਆ ਨੇ ਕਿਹਾ, ਸੁਣ ਸੁਣ ਕੇ ਕਿਹਾ। ਗਾਂ ਦੀ ਗਾਂ ਜਿਹੜੇ ਪ੍ਰਚਾਰ ਕਰਦੇ ਆ ਉਹ ਪਹਿਲਾਂ ਕਿਤੋਂ ਸੁਣਦੇ ਆ, ਫਿਰ ਅੱਗੇ ਦੱਸਦੇ ਆ। ਹੁਣ ਜੇ ਸਾਡੇ ਕੋਲ ਗੁਰਬਾਣੀ ਨਾ ਹੁੰਦੀ ਫਿਰ ਸਾਨੂੰ ਕੀ ਗਿਆਨ ਹੋਣਾ ਸੀ ਵੀ ਕੀ ਆ ਇਹ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਉਸ ਨੂੰ ਜਾਣ ਲਿਆ ਉਹ ਕਹਿਣ ਜੋਗੇ ਨਹੀਂ ਰਹੇ। ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਜਾਣ ਲਿਆ ਉਹ ਉਹਦੇ ਵਿੱਚ ਮਿਲ ਗਏ। ਜਿਸ ਤਰ੍ਹਾਂ ਬਚਨਾ ਹੈ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜਿਵੇਂ ਗੂੰਗੇ ਨੇ ਗੁੜ ਖਾਧਾ ਹੋਵੇ ਤੇ ਉਹ ਦੱਸ ਨਹੀਂ ਸਕਦਾ ਵੀ ਕਿਹੋ ਜਿਹਾ ਹੈ, ਬੋਲਣ ਵਾਲਾ ਵੀ ਦੱਸ ਨਹੀਂ ਸਕਦਾ ਕਿ ਮਿੱਠਾ ਕਿਹੋ ਜਿਹਾ ਮਿੱਠਾ। ਜੇ ਕੋਈ ਬਾਰ-ਬਾਰ ਪੁੱਛੇ ਕਿਹੋ ਜਿਹਾ, ਅਗਲਾ ਕਹੇਗਾ ਮਿੱਠਾ ਹੈ। ਕਿਹੋ ਜਿਹਾ ਮਿੱਠਾ ਹੈ ਅਗਲਾ ਸਵਾਲ। ਤਾਂ ਬੋਲਣ ਵਾਲੇ ਨੂੰ ਵੀ ਇਹ ਕਹਿਣਾ ਪਵੇਗਾ ਵੀ ਤੂੰ ਖਾ ਕੇ ਵੇਖ ਲੈ, ਮੈਨੂੰ ਨਹੀਂ ਪਤਾ ਕਿਹੋ ਜਿਹਾ ਮਿੱਠਾ, ਕਿਉਂਕਿ ਮਿੱਠੇ ਦਾ ਕੋਈ ਸ਼ਬਦ ਹੀ ਨਹੀਂ ਹੈਗਾ। ਉਹ ਤਾਂ ਫੀਲ ਕੀਤਾ ਜਾਂਦਾ ਹੈ, ਅਨੁਭਵ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਨੂੰ ਵੀ ਅਨੁਭਵ ਕੀਤਾ ਜਾਂਦਾ ਹੈ, ਦੱਸਣਾ ਬੜਾ ਮੁਸ਼ਕਲ ਹੈ। ਜਿਨ੍ਹਾਂ ਨੇ ਉਸ ਨੂੰ ਜਾਣ ਲਿਆ ਉਹਦੇ ਵਿੱਚ ਸਮਾ ਗਏ। ਜਿਵੇਂ ਲੂਣ ਦੀ ਡਲੀ ਇਹ ਕਹੇ ਕਿ ਮੈਂ ਸਮੁੰਦਰ ਦੇ ਵਿੱਚ ਜਾਨੀ ਹਾਂ, ਪਤਾ ਕਰਦੀ ਹਾਂ ਕਿੰਨਾ ਕੱਢੂੰਗਾ, ਪਰ ਕੀ ਉਹ ਲੂਣ ਦੀ ਡਲੀ ਆ ਕੇ ਦੱਸੇਗੀ, ਵਿੱਚੇ ਖੁਰ ਜਾਵੇਗੀ। ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਕਾਜੀਓ ਉਸ ਨੂੰ ਜਾਣਨਾ ਬਹੁਤ ਔਖਾ ਹੈ। ਬੜੇ ਦੁਨੀਆ ਵਿੱਚ ਉਸ ਨੂੰ ਸਮਝਣ ਸਮਝਾਉਣ ਵਾਲੇ ਆਏ। ਮੁਸਲਮਾਨਾਂ ਦੇ ਵਿੱਚ ਪੀਰ ਪੈਗੰਬਰ, ਮੁਸਲਮਾਨਾਂ ਦੇ ਮੁਰਸ਼ਦ ਪੈਗੰਬਰ ਭਾਵ ਆਕਾਸ਼ਾਂ ਤੋਂ ਸੁਨੇਹਾ ਲਿਆਉਣ ਵਾਲੇ ਆਪਾਂ ਅਵਤਾਰ ਕਹਿ ਦਿੰਦੇ ਹਾਂ। ਮੁਸਲਮਾਨ ਪੈਗੰਬਰ ਕਹਿ ਦਿੰਦੇ ਹਨ।
ਜਿਵੇਂ ਕੁਰਾਨ ਦੀ ਰਚਨਾ ਹੋਈ, ਆਕਾਸ਼ਾਂ ਤੋਂ 24,000 ਪੈਗੰਬਰ ਤੇ 1,000 ਖਲੀਫਾ ਆਇਆ ਮੰਨਿਆ ਗਿਆ। ਮੁਹੰਮਦ ਸਾਹਿਬ ਨੂੰ ਵੀ ਇਹਨਾਂ ਨੇ ਆਖਰੀ ਪੈਗੰਬਰ ਮੰਨਿਆ। ਪੀਰ ਪੈਗੰਬਰ ਸਾਲਕ ਸਾਧਕ, ਸਾਲਕ ਭਾਵ ਗਿਆਨੀ, ਗਿਆਨਵਾਨ ਅਖਵਾਉਣ ਵਾਲੇ, ਸਾਧਕ ਸਿਦਕ ਭਰੋਸੇ ਵਾਲੇ ਅਤੇ ਮਰੀਦ ਅਖਵਾਉਣ ਵਾਲੇ, ਸਹੁਦੇ ਔਰ ਸ਼ਹੀਦ, ਅਲਵੇਲੇ ਫਕੀਰ। ਉਸੇ ਤਰ੍ਹਾਂ ਹੀ ਸ਼ਹੀਦ ਧਰਮ ਯੁੱਧ ਵਿੱਚ ਲੜ ਕੇ ਮਰਨ ਵਾਲੇ, ਜਿਵੇਂ ਸਤਿਗੁਰਾਂ ਦੇ ਨਾਲ ਅਨੇਕਾਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਧਰਮ ਨੂੰ ਕਾਇਮ ਕਰਨ ਵਾਸਤੇ। ਇੰਨੇ ਲੋਕ ਦੁਨੀਆ ਵਿੱਚ ਆਏ। ਸ਼ੇਖ, ਮਸਾਏ, ਕਾਜੀ, ਮੁੱਲਾ, ਵੱਡੇ ਵੱਡੇ ਸ਼ੇਖ, ਮੁਸਲਮਾਨਾਂ ਵਿੱਚ ਉੱਚੀ ਜਾਤੀ ਵਾਲੇ, ਜਿਵੇਂ ਹਿੰਦੂਆਂ ਵਿੱਚ ਬ੍ਰਾਹਮਣ ਹੁੰਦੇ ਨੇ, ਸ਼ੇਖ, ਮਸਾਇਕ, ਮਿਹਨਤਾਂ ਕਰਨ ਵਾਲੇ, ਮੁਸ਼ੱਕਤਾਂ ਕਰਨ ਵਾਲੇ, ਕਿਰਤੀ ਲੋਕ, ਕਾਜੀ, ਨਿਆਂ ਕਰਨ ਵਾਲੇ, ਵਜ਼ੀਰ, ਮੰਤਰੀ, ਜੱਜ ਆਦਿ। ਸਾਡੇ ਜੱਜ ਹੁੰਦੇ ਆ, ਉਹਨਾਂ ਦੇ ਕਾਜੀ ਹੁੰਦੇ ਆ। ਪ੍ਰੀਤਮ ਜੀ ਕਹਿੰਦੇ, ਸ਼ੇਖ, ਮਸਾਇਕ, ਕਾਜੀ, ਮੁੱਲਾ, ਦਰਵੇਸ਼, ਰਸੀਦ, ਮੁਲਾਣੇ, ਬੱਚਿਆਂ ਨੂੰ ਮਦਰਸਿਆਂ ਵਿੱਚ ਪੜ੍ਹਾਉਣ ਵਾਲੇ ਮਾਸਟਰ ਆਦਿ। ਇਹਨਾਂ ਸਾਰਿਆਂ ਵਿੱਚੋਂ ਜੋ ਵੀ ਪਰਮੇਸ਼ਰ ਦੇ ਦਰ ਤੇ ਦਰਵਾਜ਼ੇ ਤੇ ਫਕੀਰ, ਦਰਵੇਸ਼, ਕੂਕਰ ਦੀ ਨਿਆਈ, ਪਰਮੇਸ਼ਰ ਦੀਆਂ ਅਰਦਾਸਾਂ, ਬੇਨਤੀਆਂ, ਜੋਦੜੀਆਂ ਕਰਦਾ ਰਹਿੰਦਾ, ਪੜ੍ਹਦੇ ਰਹਿਣ ਦਰੂਦ। ਦਰੂਦ ਕਹਿੰਦੇ ਆ ਅਰਦਾਸ ਕਰਨ ਨੂੰ, ਆਪਾਂ ਅਰਦਾਸ ਕਰਦੇ ਆ, ਉਹ ਦਰੂਦ ਕਹਿੰਦੇ ਆ। ਜਿਹੜੇ ਉਸ ਪਰਮੇਸ਼ਰ ਦੇ ਦਰ ਦੇ ਉੱਤੇ ਉਸ ਨੂੰ ਗਾਉਂਦੇ ਰਹਿੰਦੇ ਹਨ, ਪਾਤਸ਼ਾਹ ਜੀ ਕਹਿੰਦੇ, ਬਰਕਤ ਤਿੰਨ ਕੋ ਅਗਲੀ, ਉਹਨਾਂ ਨੂੰ ਬਰਕਤਾਂ ਮਿਲਦੀਆਂ, ਤਾਕਤਾਂ ਮਿਲਦੀਆਂ। ਅਗਲੀਆਂ ਭਾਵ ਬਹੁਤੀਆਂ। ਜਿਨ੍ਹਾਂ ਕੋਈ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ, ਸਤਿਗੁਰੂ ਉਹਨਾਂ ਨੂੰ ਦਾਤਾਂ ਬਖਸ਼ਦਾ। ਜਿਸ ਤਰ੍ਹਾਂ ਬਾਬਾ ਫਰੀਦ ਜੀ ਦਾ ਬਚਨ ਹੈ, ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਜੇ ਤੂੰ ਮੇਰਾ ਹੋ ਜਾਵੇਂ ਤੇ ਸਾਰੀ ਦੁਨੀਆ ਮੈਂ ਤੇਰੀ ਬਣਾ ਦਿਆਂਗਾ। ਇਸ ਤਰ੍ਹਾਂ ਇਹ ਲੋਕ ਬਹੁਤ ਭਾਵੇਂ ਹਨ ਪਰਮੇਸ਼ਰ ਦੇ ਸਾਜੀ ਹੋਈ ਸ੍ਰਿਸ਼ਟੀ ਦੇ ਵਿੱਚ। ਪੀਰ, ਪੈਗੰਬਰ, ਸਾਲਕ, ਸਾਧਕ, ਸਹੁਦੇ ਔਰ ਸ਼ਹੀਦ, ਸ਼ੇਖ, ਮਸਾਏ, ਕਾਜੀ, ਮੁੱਲਾ, ਦਰਵੇਸ਼, ਰਸੀਦ, ਇਹ ਸਾਰੇ ਉਹਦੇ ਦਰ ਦੇ ਮੰਗਤੇ ਹਨ, ਮੰਗਣ ਵਾਲੇ ਹਨ। ਇਹ ਸਾਰੇ ਵੱਡੇ ਤੋਂ ਵੱਡੇ ਪਰਮੇਸ਼ਰ ਦੇ ਦਰ ਦੇ ਮੰਗਤੇ ਹਨ। ਅਸੀਂ ਵੀ ਗੁਰੂ ਨਾਨਕ ਦੇ ਦਰ ਦੇ ਜਿਵੇਂ ਸਾਰੇ ਮੰਗਤੇ ਹਾਂ। ਇੱਥੇ ਭਾਵੇਂ ਕੋਈ ਵੱਡਾ ਆਵੇ ਜਾਂ ਛੋਟਾ ਆਵੇ, ਇੱਥੇ ਸਾਰੇ ਆਪਾਂ ਮੰਗਤੇ ਹਾਂ, ਗੁਰੂ ਨਾਨਕ ਤੋਂ ਲੈਣ ਵਾਲੇ ਹਾਂ, ਮੰਗਣ ਵਾਲੇ ਹਾਂ। ਤਾਂ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਇੰਨੇ ਲੋਕ ਉਹਦੇ ਦਰ ਤੇ ਬੇਨਤੀਆਂ ਕਰਦੇ ਨੇ, ਉਹਦਾ ਅੰਤ ਤਾਂ ਨਹੀਂ ਪਾ ਸਕੇ, ਪਰ ਹਾਂ ਉਹਦੇ ਦਰ ਤੋਂ ਦਾਤਾਂ ਮਿਲਦੀਆਂ ਰਹਿੰਦੀਆਂ। ਜਿਵੇਂ ਕੋਈ ਸਮੁੰਦਰ ਦੇ ਵਿੱਚ ਜਿੰਨਾ ਡੂੰਘਾ ਉਤਰ ਜਾਵੇ, ਓਨਾ ਹੀ ਉਹਦੇ ਵਿੱਚੋਂ ਮੋਤੀ ਆਦਿ ਚੀਜ਼ਾਂ ਕੱਢ ਸਕਦਾ। ਜੇ ਕੋਈ ਕਿਨਾਰੇ ਤੇ ਬੈਠਾ ਰਹੇ ਤੇ ਕਿਨਾਰੇ ਤੇ ਘੋਗੇ ਸਿੱਪੀਆਂ ਪਈਆਂ ਹੁੰਦੀਆਂ, ਇਸੇ ਤਰ੍ਹਾਂ ਹੀ ਥੱਲੇ ਉਤਰ ਜਾਵੇ ਤੇ ਵਿੱਚੋਂ ਸਿੱਪੀਆਂ ਚੋਂ ਨਿਕਲੇ ਭਾਰੀ ਮੋਤੀ ਥੱਲਿਓਂ ਮਿਲ ਜਾਂਦੇ ਹਨ। ਇਵੇਂ ਜਿਵੇਂ ਕੋਈ ਪਰਮੇਸ਼ਰ ਦੀ ਸਿਫਤ ਕਰਦਾ ਹੈ, ਉਹਦੇ ਦਰ ਦਾ ਮੰਗਤਾ ਬਣ ਕੇ, ਬਰਕਤ ਤਿੰਨ ਕੋ ਅਗਲੀ। ਬਰਕਤ ਸ਼ਬਦ ਆਪਾਂ ਸਮਝਦੇ ਆ ਨਾ ਵੀ ਸਾਡੇ ਕੰਮ 'ਚ ਬਰਕਤ ਹੈ, ਸਾਡੇ ਪੈਸੇ 'ਚ ਬਰਕਤ ਹੈ। ਇਹ ਬਰਕਤ ਪਰਮੇਸ਼ਰ ਪਾਉਂਦਾ। ਕਹੋ ਸਤਨਾਮ ਸਿੰਘ। ਸਾਡਾ ਪੈਸਾ ਚੰਗੇ ਥਾਂ ਤੇ ਲੱਗੇ, ਮਾੜੇ ਥਾਂ ਨੂੰ ਲੱਗੇ ਤਾਂ ਸਮਝੋ ਬਰਕਤ ਪੈ ਗਈ। ਪਰਮੇਸ਼ਰ ਸਾਨੂੰ ਬਿਮਾਰੀਆਂ ਤੋਂ ਬਚਾਵੇ, ਦੁੱਖਾਂ ਤੋਂ ਬਚਾਵੇ। ਇਸ ਤਰ੍ਹਾਂ ਪਰਮੇਸ਼ਰ ਦਾ ਜਿਹੜਾ ਨਾਮ ਜਪਦੇ ਰਹਿੰਦੇ ਹਨ, ਪਰਮੇਸ਼ਰ ਉਹਨਾਂ ਦੇ ਕੰਮਾਂ ਵਿੱਚ, ਉਹਨਾਂ ਦੇ ਘਰ ਵਿੱਚ ਬਰਕਤ ਪਾ ਦਿੰਦਾ। ਪੜ੍ਹਦੇ ਰਹਿਣ ਦਰੂਦ, ਜਿਹੜੇ ਪਰਮੇਸ਼ਰ ਦੀ ਸਿਫਤ ਕਰਦੇ ਰਹਿੰਦੇ ਹਨ। ਤਾਂ ਕਾਜੀ ਕਹਿਣ ਲੱਗੇ, ਮਹਾਰਾਜ ਖੁਦਾ ਪੈਗੰਬਰਾਂ ਅਤੇ ਕਾਜੀ ਮੁਲਾਣਿਆਂ ਦੇ ਵੀ ਵਸ ਵਿੱਚ ਨਹੀਂ ਆਉਂਦਾ। ਕਹਿੰਦੇ ਨਹੀਂ ਭਾਈ, ਉਹ ਕਿਸੇ ਦੇ ਵਸ ਵਿੱਚ ਨਹੀਂ ਆਉਂਦਾ, ਉਹ ਕਿਸੇ ਦੀ ਸਲਾਹ ਨਹੀਂ ਲੈਂਦਾ। ਪੁੱਛ ਨਾ ਸਾਜੈ ਪੁੱਛ ਨਾ ਢਾਹੇ, ਪੁੱਛ ਨਾ ਦੇਵੈ ਲੈ। ਉਹ ਨਾ ਕਿਸੇ ਨੂੰ ਪੁੱਛ ਕੇ ਦੁਨੀਆ ਨੂੰ ਬਣਾਉਂਦਾ,
ਨਾ ਕਿਸੇ ਨੂੰ ਪੁੱਛ ਕੇ ਪਰਲੋਂ ਲਿਆਉਂਦਾ ਹੈ। ਇਸ ਉਹਦੇ ਹੁਕਮ ਦੇ ਨਾਲ ਹੀ ਹੋਈ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਸਾਰੀ ਦੁਨੀਆ ਉਹਦਾ ਦਰੂਦ ਪੜ੍ਹਦੀ ਹੈ। ਜਿਵੇਂ ਅਸੀਂ ਆਨੰਦ ਸਾਹਿਬ ਪੜ੍ਹਦੇ ਹਾਂ ਬਾਅਦ ਵਿੱਚ, ਇਸੇ ਤਰ੍ਹਾਂ ਹੀ ਮੁਸਲਮਾਨ ਲੋਕ ਜਿਹੜੇ ਹਨ ਉਹ ਰੋਟ ਆਦਿ ਦਿੰਦੇ ਹਨ, ਖੀਰ ਆਪਣਾ ਸ਼ੱਕਰ ਚੜਾਉਂਦੇ ਹਨ, ਸ਼ੀਰਨੀ ਕਹਿੰਦੇ ਆ ਉਸ ਨੂੰ। ਤਾਂ ਉਹ ਇੱਕ ਮੰਤਰ ਪੜ੍ਹਦੇ ਹਨ, ਉਸ ਨੂੰ ਦਰੂਦ ਵੀ ਕਹਿੰਦੇ ਹਨ। ਜਿਵੇਂ ਅਸੀਂ ਸਮਾਪਤੀ 'ਤੇ ਹਰ ਵਾਰੀ ਆਨੰਦ ਸਾਹਿਬ ਦੇ 5 ਪੌੜੀਆਂ ਪੜ੍ਹਦੇ ਹਾਂ। ਇਹ ਸਿੱਖ ਮਤ ਦਾ ਦਰੂਦ ਹੈ, ਉਹ ਮੰਤਰ ਹੈ ਜੋ ਹਰ ਵਾਰੀ ਪੜ੍ਹਿਆ ਜਾਂਦਾ ਉਹਦੀ ਸਿਫਤ ਦੇ ਵਿੱਚ। ਇਸ ਤਰ੍ਹਾਂ ਜਿਹੜੇ ਉਹ ਦਰੂਦ ਕਹਿੰਦੇ ਹਨ, ਉਸ ਨੂੰ ਪਾਤਸ਼ਾਹ ਜੀ ਕਹਿੰਦੇ ਬਰਕਤਾਂ ਮਿਲਦੀਆਂ, ਸਭ ਕੁਝ ਮਿਲਦਾ ਹੈ। ਪੁੱਛ ਨਾ ਸਾਜੈ ਪੁੱਛ ਨਾ ਢਾਹੇ, ਪੁੱਛ ਨਾ ਲੇਵੇ ਦੇਹ ਭਾਈ। ਪਰਮੇਸ਼ਰ ਆਜ਼ਾਦ ਹੈ, ਸੁਤੰਤਰ ਹੈ, ਉਹ ਆਪਣੀ ਮਰਜ਼ੀ ਦਾ ਆਪ ਮਾਲਕ ਹੈ, ਉਹ ਕਿਸੇ ਦੀ ਸਲਾਹ ਨਹੀਂ ਲੈਂਦਾ। ਆਪਣੇ ਹੁਕਮ ਦੇ ਨਾਲ ਹੀ ਦੁਨੀਆ ਬਣਾਉਂਦਾ ਤੇ ਢਾਉਂਦਾ ਹੈ। ਪਾਤਸ਼ਾਹ ਦਾ ਬਚਨ ਹੈ, ਸ਼ਬਦੇ ਧਰਤੀ ਸ਼ਬਦੇ ਆਕਾਸ਼, ਸ਼ਬਦ ਸ਼ਬਦ ਭਇਆ ਪ੍ਰਕਾਸ਼। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਆਪਦੀ ਮਰਜ਼ੀ ਨਾਲ ਹੀ ਦਾਤਾਂ ਦਿੰਦਾ ਤੇ ਮਰਜ਼ੀ ਨਾਲ ਹੀ ਲੈ ਲੈਂਦਾ। ਪਰ ਮਨੁੱਖ ਜਦੋਂ ਉਹਦੀ ਮਰਜ਼ੀ ਤੋਂ ਮਨੁੱਕਰ ਹੋ ਜਾਂਦਾ ਹੈ, 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਤੇ ਪਾਤਸ਼ਾਹ ਸਾਨੂੰ ਸਮਝਾਉਂਦੇ, ਕਹਿੰਦੇ ਭਲਿਆ ਏਕ ਪੀ ਨਾ ਦੇ 10 ਪੀ ਹਿਰ ਲੈ, ਜੇ ਉਹ ਤੈਨੂੰ ਇੱਕ ਹੋਰ ਨਾ ਦੇਵੇ 10 ਵੀ ਖੋਹ ਲਵੇ ਤਾਂ ਉਹ ਮੂੜਾ ਕਹੋ ਕਹਾਂ ਕਰੇ, ਫਿਰ ਤੂੰ ਕੀ ਕਰ ਲੇਗਾ ਉਹਦਾ। ਭਾਵ ਜਿਹੜੇ ਉਹਦਾ ਸ਼ੁਕਰੀਆ ਕਰਦੇ ਆ ਹਰ ਵਾਰ, ਉਹਨਾਂ ਨੂੰ ਮਾਲਕ ਦਾਤਾਂ ਬਖਸ਼ਦਾ ਰਹਿੰਦਾ, ਬਰਕਤਾਂ ਕਰਦਾ ਰਹਿੰਦਾ। ਪੁੱਛ ਨਾ ਸਾਜੈ ਪੁੱਛ ਨਾ ਢਾਹੇ, ਪੁੱਛ ਨਾ ਦੇਵੈ ਲੈ। ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ। ਉਹ ਆਪਣੀ ਕੁਦਰਤ ਨੂੰ ਆਪ ਹੀ ਜਾਣਦਾ ਹੈ, ਆਪ ਹੀ ਦੁਨੀਆ ਨੂੰ ਬਣਾਉਣ ਵਾਲਾ ਹੈ ਤੇ ਆਪ ਹੀ ਢਾਉਣ ਵਾਲਾ ਹੈ। ਸਭਨਾ ਵੇਖੈ ਨਦਰ ਕਰ, ਜੈ ਭਾਵੈ ਤੈ ਦੇ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਸਾਰਿਆਂ ਨੂੰ ਦੇਖ ਰਿਹਾ ਹੈ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਭਾਵੇਂ ਕਿ ਉਹ ਸਾਨੂੰ ਨਹੀਂ ਦਿਸਦਾ, ਪਰ ਕਹਿੰਦੇ ਉਹ ਸਭ ਨੂੰ ਦੇਖ ਰਿਹਾ ਹੈ। ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਖ ਅਕੇਲਾ। ਜਿਸ ਨੇ ਦੁਨੀਆ ਬਣਾਈ ਹੈ, ਤਰ੍ਹਾਂ ਤਰ੍ਹਾਂ ਦੇ ਰੰਗਾਂ ਵਿੱਚ ਪਾਈ ਹੈ, ਉਹ ਹੀ ਇਸ ਨੂੰ ਵੇਖਣ ਵਾਲਾ ਸੰਭਾਲਣ ਵਾਲਾ ਹੈ। ਸਭਨਾ ਵੇਖੈ ਨਜ਼ਰ ਕਰ, ਜੈ ਭਾਵੈ ਤੈ ਦੇ। ਸਾਰਿਆਂ ਨੂੰ ਉਹ ਵੇਖ ਰਿਹਾ ਹੈ ਤੇ ਜਿਹੜੇ ਉਹਨੂੰ ਭਾ ਜਾਂਦੇ ਨੇ। ਤੇ ਕੌਣ ਭਾ ਜਾਂਦੇ ਆ? ਜਿਹੜੇ ਉਹਦੇ ਹੁਕਮ ਅੰਦਰ ਚੱਲਦੇ ਆ। ਮੇਰੇ ਪ੍ਰੀਤਮ ਦਾ ਬਚਨ ਹੈ, ਮਨੁੱਖ ਇਹ ਤਨ ਮਾਇਆ ਪਾਹੇ ਪਿਆਰੇ, ਲੀਤਲਾ ਲੱਭ ਰੰਗਾਏ। ਮੇਰਾ ਕੰਤ ਨ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਇਹ ਜੀਵ ਇਸਤਰੀ ਕਿਵੇਂ ਮਾਲਕ ਦੇ ਦਰ 'ਤੇ ਜਾ ਸਕਦੀ ਹੈ? ਇਹਨੇ ਕੱਪੜੇ ਹੀ ਬੜੇ ਗੰਦੇ ਮਾਇਆ ਦੇ ਭਾਅ ਵਾਲੇ ਪਾ ਲਏ। ਮਾਇਆ ਦਾ ਭਾਅ ਕੀ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਲਿਪਤ ਰਹਿਣਾ, ਨਸ਼ੇ ਕਰਨੇ, ਵਿਸ਼ੇ ਵਿਕਾਰਾਂ ਵਿੱਚ ਡੁੱਬੇ ਰਹਿਣਾ, ਰੱਬ ਤੋਂ ਮਨੁੱਕਰ ਰਹਿਣਾ। ਇਹ ਹੈ ਮਾਇਆ ਦੇ ਰੰਗ। ਤੂੰ ਆਪਣੇ ਸਰੀਰ 'ਤੇ ਮਾਇਆ ਦੇ ਰੰਗ ਚੜਾ ਲਏ, ਤੂੰ ਮਾਲਕ ਨੂੰ ਕਿਵੇਂ ਭਾਵੇਂਗਾ? ਜੇ ਤੂੰ ਮਾਲਕ ਨੂੰ ਭਾਇਆ ਨਹੀਂ ਤੇ ਫਿਰ ਉਹਨੇ ਤੈਨੂੰ ਦੇਣਾ ਵੀ ਕੁਛ ਨਹੀਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਿਗਾਹ ਤਾਂ ਉਹ ਸਭ 'ਤੇ ਰੱਖਦਾ ਹੈ। ਮੱਕੇ ਦੇ ਵਿੱਚ ਗੁਰੂ ਪਿਆਰਿਓ, ਜਿਹੜਾ ਉਹਨਾਂ ਦਾ ਮੱਕਾ ਹੈ, ਕਾਲੇ ਰੰਗ ਦਾ ਜੋ ਇੱਕ ਬਿਲਡਿੰਗ ਹੈ, ਜਿਸ ਦੇ ਵਿੱਚ ਉਹ ਪੂਜਾ ਕਰਦੇ ਆਪਣੀ, ਜਿਸ ਦੇ ਵਿੱਚ ਮਰਦਾਨਾ ਵੇਖਣ ਵਾਸਤੇ ਗਿਆ ਤਾਂ ਕੀ ਵੇਖਦਾ ਕਿ ਉਹਨਾਂ ਦੇ ਮੱਕੇ ਵਿੱਚ ਵੀ ਸ਼ਿਵਲਿੰਗ ਹੀ ਲੱਗਿਆ ਹੋਇਆ। ਉਹ ਹੈਰਾਨ ਹੋ ਗਿਆ ਬਈ ਇਹ ਤਾਂ ਲੋਕ ਹਿੰਦੂਆਂ ਨੂੰ ਕਾਫਰ ਕਹਿੰਦੇ ਨੇ ਵੀ ਉਹ ਪੱਥਰ ਪੂਜਦੇ ਆ ਤੇ ਖੁਦ ਵੀ ਪੱਥਰ ਨੂੰ ਮੱਥਾ ਟੇਕੀ ਜਾਂਦੇ ਆ ਮੱਕੇ ਦੇ ਵਿੱਚ। ਉਸ ਵੇਲੇ ਉਹ ਹੈਰਾਨ ਹੋਇਆ ਤੇ ਹੱਸਦਾ ਹੋਇਆ ਬਾਬੇ ਨਾਨਕ ਜੀ ਕੋਲ ਆ ਗਿਆ। ਬਾਬਾ ਜੀ ਕਹਿੰਦੇ ਕੀ ਹੋ ਗਿਆ ਮਰਦਾਨਿਆ? ਕਹਿੰਦਾ ਮੈਂ ਹੈਰਾਨ ਹਾਂ, ਇਹ ਮੁਸਲਮਾਨ ਹਿੰਦੂਆਂ ਨੂੰ ਕਾਫਰ ਕਹੀ ਜਾਂਦੇ ਨੇ ਵੀ ਇਹ ਖੁਦਾ ਨੂੰ ਨਹੀਂ ਮੰਨਦੇ, ਅੱਲਾ ਨੂੰ ਨਹੀਂ ਮੰਨਦੇ, ਪੱਥਰ ਪੂਜਦੇ ਹੈ,
ਤੇ ਇਹਨਾਂ ਦੀ ਉਹ ਮੱਕੇ ਦੀ ਕਾਲੀ ਬਿਲਡਿੰਗ ਵਿੱਚ ਵੀ ਉਹੀ ਸ਼ਿਵਲਿੰਗ ਹੀ ਲੱਗਿਆ ਹੋਇਆ, ਇਹ ਵੀ ਉਸੇ ਨੂੰ ਪੂਜੀ ਜਾਂਦੇ ਆ। ਤਾਂ ਫਿਰ ਉਹਦੀ ਸਾਰੀ ਕਹਾਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਣਾਈ ਵੀ ਇਹਦਾ ਕੀ ਕਾਰਨ ਹੈ। ਤੇ ਲੋਕ ਜਿਹੜੇ ਜਾਂਦੇ ਆ ਉੱਥੇ ਹੱਜ ਕਰਨ, ਉਹਨਾਂ ਦੀਆਂ ਅੱਖਾਂ 'ਤੇ ਪੱਟੀ ਕਿਉਂ ਬੰਨ੍ਹੀ ਜਾਂਦੀ ਹੈ। ਖੈਰ ਸਤਿਗੁਰੂ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ ਕਿ ਜਿਸ ਮਨੁੱਖ 'ਤੇ ਉਸ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ, ਸਭਨਾ ਵੇਖੈ ਨਦਰ ਕਰ ਜੈ ਭਾਵੈ ਤੈ ਦੇ, ਜਿਹੜੀ ਉਹਨੂੰ ਭਾ ਜਾਂਦੇ ਹਨ ਉਹਨਾਂ 'ਤੇ ਉਹ ਦਾਤਾਂ ਕਰਦਾ ਹੈ, ਬਖਸ਼ਾਂ ਕਰਦਾ ਹੈ। ਫਿਰ ਕਾਜ਼ੀਆਂ ਮਲਾਣਿਆਂ ਨੇ ਬੇਨਤੀ ਕੀਤੀ ਕਿ ਮਹਾਰਾਜ ਉਸ ਪਰਮੇਸ਼ਰ ਦਾ ਸਥਾਨ ਕਿਹੜਾ ਹੈ ਜਿੱਥੇ ਉਹ ਰਹਿੰਦਾ ਹੈ, ਥੋੜ੍ਹਾ ਇੰਨਾ ਕੁ ਵੀ ਦੱਸ ਦਿਓ। ਤੁਹਾਡੇ ਬਚਨਾਂ ਸਾਰ ਸਾਨੂੰ ਸਮਝ ਆ ਗਈ ਹੈ ਕਿ ਪਰਮੇਸ਼ਰ ਦਾ ਅੰਤ ਕੋਈ ਵੀ ਵੱਡੇ ਤੋਂ ਵੱਡਾ ਆਪਣੇ ਆਪ ਨੂੰ ਅਖਵਾਉਣ ਵਾਲਾ ਉਹਦਾ ਅੰਤ ਨਹੀਂ ਪਾ ਸਕਦਾ। ਪਰਮੇਸ਼ਰ ਕਿਤਨਾ ਕੁ ਵੱਡਾ ਹੈ ਕੋਈ ਦੱਸ ਨਹੀਂ ਸਕਿਆ ਹਲੇ, ਪਰ ਮਹਾਰਾਜ ਉਹਦਾ ਕੋਈ ਥਾਂ ਤਾਂ ਹੋਵੇਗਾ। ਉਹ ਰਹਿੰਦਾ ਕਿੱਥੇ ਆ ਐਂ ਤਾਂ ਦੱਸ ਦਿਓ। ਤੇ ਪਾਤਸ਼ਾਹ ਨੇ ਅਗਲੀ ਪੰਕਤੀ ਉਚਾਰਨ ਕੀਤੀ, ਥਾਵਾ ਨਾਵ ਨ ਜਾਣੀਐ ਨਾਵਾ ਕੇਵੜ ਨਾਓ। ਪਾਤਸ਼ਾਹ ਕਹਿੰਦੇ ਉਹਦੇ ਥਾਂ ਦਾ ਨਹੀਂ ਪਤਾ, ਉਹਦੇ ਨਾਂ ਦਾ ਨਹੀਂ ਪਤਾ, ਉਹ ਕਿੱਥੇ ਹੈ ਕਿੱਥੇ ਨਹੀਂ ਹੈ। ਬਸ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਹਰ ਥਾਂ 'ਤੇ ਹੈ। ਅਨਾਮੇ ਅਕਾਮੇ, ਉਹ ਅਨਾਮੀ ਹੈ, ਉਹਦਾ ਕੋਈ ਨਾਮ ਨਹੀਂ ਹੈ ਇੱਕ, ਆ ਹਜ਼ਾਰਾਂ ਨਾਮ ਉਸੇ ਦੇ ਹਨ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਥਾਵਾ ਨਾਵ ਨ ਜਾਣੀਐ ਨਾਵਾ ਕੇਵੜ ਨਾਉ। ਉਹ ਸਾਰੀਆਂ ਥਾਵਾਂ 'ਤੇ ਉਹਦਾ ਵਾਸਾ ਹੈ, ਹਰ ਥਾਂ 'ਤੇ ਮੌਜੂਦ ਹੈ। ਨਾਵਾਂ ਦੇ ਵਿੱਚੋਂ ਕਿੱਡਾ ਵੱਡਾ ਉਸ ਦਾ ਨਾਮ ਹੈ ਇਹ ਵੀ ਕੋਈ ਕਹਿ ਨਹੀਂ ਸਕਦਾ। ਇਸ ਕਰਕੇ 10ਵੇਂ ਪਾਤਸ਼ਾਹ ਜੀ ਨੇ ਉਸ ਨੂੰ ਅਨਾਮੇ ਅਕਾਮੇ ਹਾਰੀਆਂ ਕਰੀਆਂ ਕਹਿ ਦਿੱਤਾ। ਉਹਨੂੰ ਕੋਈ ਕਾਮਨਾ ਨਹੀਂ ਹੈ, ਇੱਛਾ ਨਹੀਂ ਹੈ, ਉਹ ਸਭ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ। ਉਹਦਾ ਆਪਣਾ ਕੋਈ ਨਾਮ ਨਹੀਂ ਹੈ ਔਰ ਉਸ ਦੀ ਦੁਨੀਆ ਨੇ ਬੇਅੰਤ ਨਾਮ ਰੱਖੇ ਹੋਏ ਹਨ। ਉਹ ਨਾਵਾਂ ਤੋਂ ਰਹਿਤ ਹੈ। ਤੇ ਮਹਾਰਾਜ ਰਹਿੰਦਾ ਕਿੱਥੇ ਹੈ ਇਹ ਵੀ ਤਾਂ ਦੱਸ ਦਿਓ ਉਹਦੇ ਬਾਰੇ। ਕਹਿੰਦੇ ਉਹਦੇ ਬਾਰੇ ਥਾਂ ਮੈਂ ਕਿਹੜਾ ਦੱਸਾਂ, ਜਿੱਥੇ ਮੇਰਾ ਪਾਤਸ਼ਾਹ ਵਸਦਾ ਹੈ ਉਹ ਕਿੱਡਾ ਕੁ ਥਾਂ ਹੈ। ਕਾਜੀ ਨੇ ਪ੍ਰਸ਼ਨ ਕੀਤਾ, ਸਤਿਗੁਰੂ ਜੀ ਮੇਰਾ ਖੁਦਾ ਜਿੱਥੇ ਵਸਦਾ ਉਹ ਥਾਂ ਕਿੱਡਾ ਕੁ ਵੱਡਾ ਹੈ। ਤੇ ਆਪ ਜੀ ਕਹਿੰਦੇ ਨਹੀਂ ਕਿਹਾ ਜਾ ਸਕਦਾ, ਪਰ ਜਿਨ੍ਹਾਂ ਦੀ ਉੱਥੋਂ ਤੱਕ ਪਹੁੰਚ ਹੈ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ। ਜਿੱਥੇ ਵਸੈ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਓ, ਅੰਬੜ ਕੋਈ ਨਾ ਸਕਈ ਕਿਸਨੋਂ ਪੁੱਛਣ ਜਾਓ। ਹੁਣ ਮੈਂ ਕਿਹਨੂੰ ਪੁੱਛਾਂ ਕਿ ਉਹ ਕਿੱਥੇ ਰਹਿੰਦਾ ਹੈ। ਜਦ ਪਾਤਸ਼ਾਹ ਨੇ ਕਿਹਾ ਨਾ ਕਿ ਜਿਨ੍ਹਾਂ ਨੇ ਉਹਨੂੰ ਜਾਣਿਆ ਉਹਨਾਂ ਨੂੰ ਪੁੱਛ ਲਓ, ਭਾਵ ਗੁਰੂ ਨੂੰ ਪੁੱਛ ਲਓ, ਗੁਰੂ ਹੀ ਦੱਸੇਗਾ। ਜਦ ਗੁਰੂ ਨੂੰ ਪੁੱਛਿਆ ਕਿ ਮਹਾਰਾਜ ਉਹ ਕਿੱਥੇ ਰਹਿੰਦਾ, ਫਿਰ ਤੁਸੀਂ ਹੀ ਦੱਸਣਾ ਕਰੋ, ਤੁਸੀਂ ਹੀ ਸਾਡੇ ਗੁਰੂ ਬਣੋ। ਵੈਸੇ ਕਹਿੰਦੇ ਕੋਈ ਉਸ ਨੂੰ ਪਹੁੰਚ ਨਹੀਂ ਸਕਿਆ। ਅੰਬੜ ਕਹਿ ਨ ਸਕੀ ਹਉ ਕਿਸਨੋਂ ਪੁੱਛਣ ਜਾਓ, ਵਰਨਾ ਵਰਨ ਨ ਭਾਵਣੀ ਜੇ ਕਿਸੈ ਵੱਡਾ ਕਰੇ। ਉਹ ਜਾਤ ਪਾਤ ਤੋਂ ਬਾਹਰ ਹੈ। ਹੁਣ ਤੁਸੀਂ ਤਾਂ ਦੋਨੇ ਲੜੀ ਜਾਂਦੇ ਹੋ, ਹਿੰਦੂ ਤੇ ਮੁਸਲਮਾਨ। ਮੁਸਲਮਾਨ ਕਹਿੰਦੇ ਹਿੰਦੂ ਕਾਫਰ ਹੈ ਤੇ ਹਿੰਦੂ ਕਹਿੰਦੇ ਮੁਸਲਮਾਨ ਮਲੇਸ਼ ਹਨ। ਪਰ ਬਾਬਾ ਜੀ ਕਹਿੰਦੇ ਉਹ ਇਹਨਾਂ ਜਾਤਾਂ ਪਾਤਾਂ ਤੋਂ ਵੀ ਪਰੇ ਹੈ, ਉਹ ਜਾਤਾਂ ਪਾਤਾਂ ਵਿੱਚ ਵਸਿਆ ਹੋਇਆ ਨਹੀਂ ਹੈ। ਬ੍ਰਾਹਮਣਾਂ ਨੂੰ ਖੱਤਰੀ ਨਹੀਂ ਭਾਉਂਦੇ, ਇੱਕ ਆਪਸ ਵਿੱਚ ਲੜੀ ਜਾਂਦੇ ਹਨ ਇੱਕ ਦੂਜੇ ਨਾਲ। ਜੇ ਇਹਨਾਂ ਕਿਸੇ ਨੂੰ ਵੱਡਾ ਕਰ ਦੇਵੇ ਤਾਂ ਉਹਨੂੰ ਕੀ ਪਤਾ ਕਿੰਨਿਆਂ ਦਾ ਨੁਕਸਾਨ ਕਰ ਦੇਵੇ। ਜਦੋਂ ਪਰਮੇਸ਼ਰ ਕਿਸੇ ਨੂੰ ਵੱਡਾ ਕਰ ਦਿੰਦਾ ਹੈ ਕਿ ਉਹ ਨੁਕਸਾਨ ਕਰਨ ਤੁਲ ਜਾਂਦਾ ਹੈ। ਅੱਜ ਦੇਖਦੇ ਹਾਂ ਦੁਨੀਆ ਵਿੱਚ ਜਿਹੜਾ ਕੁਰਸੀ 'ਤੇ ਬਹਿ ਜਾਂਦਾ ਉਹ ਜਨਤਾ ਨੂੰ ਕੁਛ ਨਹੀਂ ਸਮਝਦਾ ਮੁੜ ਕੇ। ਇਸੇ ਤਰ੍ਹਾਂ ਪਰਮੇਸ਼ਰ ਕਹਿੰਦੇ ਸਭ ਤੋਂ ਵੱਡਾ ਆਪ ਹੈ। ਉਹਨੂੰ ਕੋਈ ਜਾਤ ਮਾੜੀ ਨਹੀਂ, ਕੋਈ ਚੰਗੀ ਨਹੀਂ। ਉਹ ਤਾਂ ਰਵਿਦਾਸ ਜੀ ਨੂੰ ਵੀ ਵੱਡਾ ਕਰ ਦਿੱਤਾ, ਜਿਹਨੂੰ ਸ਼ੂਦਰ ਕਹਿੰਦੇ ਸੀ ਮੌਕੇ ਦੇ ਲੋਕ ਬ੍ਰਾਹਮਣ।
ਇਸ ਤਰ੍ਹਾਂ ਮੇਰੇ ਪ੍ਰੀਤਮ ਜੀ ਕਹਿੰਦੇ ਹੋ, ਪਰਿਪੂਰਨ ਪਰਮੇਸ਼ਰ ਜਾਤਾਂ ਪਾਤਾਂ ਤੋਂ ਪਰੇ ਹੈ। ਜੇ ਕਿਸੇ ਵੱਡਾ ਕਰੇ, ਜੇ ਉਹ ਕਿਸੇ ਨੂੰ ਵੱਡਾ ਕਰ ਦੇਵੇ ਤਾਂ ਉਹ ਪਤਾ ਨਹੀਂ ਕਿੰਨਿਆਂ ਦਾ ਨੁਕਸਾਨ ਕਰ ਦੇਵੇ। ਪਰਮੇਸ਼ਰ ਆਪ ਬੇਅੰਤ ਹੈ, ਸਾਰੇ ਉਸ ਦੇ ਆਪਣੇ ਵਸ ਵਿੱਚ ਕਰਕੇ ਰੱਖੇ ਹੋਏ ਹਨ। ਕਿਸੇ ਹੋਰ ਨੂੰ ਵੱਡਾ ਕਰਕੇ ਇਹ ਨਹੀਂ ਕਹਿੰਦਾ ਕਿ ਤੂੰ ਇਹ ਡਿਊਟੀ ਸਾਂਭ। ਤੇ ਜਦੋਂ ਕੋਈ ਡਿਊਟੀ ਸਾਂਭਦਾ ਹੋਇਆ ਸੰਸਾਰ ਨੂੰ ਨੁਕਸਾਨ ਕਰਦਾ, ਦੁੱਖ ਦਿੰਦਾ, ਫਿਰ ਉਹੀ ਪਰਮੇਸ਼ਰ ਥੱਲੇ ਵੀ ਲਾ ਦਿੰਦਾ। ਜਿਵੇਂ ਔਰੰਗਜ਼ੇਬ ਵਰਗਿਆਂ ਦਾ ਖਾਤਮਾ ਹੋਣਾ, ਜਿਵੇਂ 84 ਵਾਲੇ ਰਾਜਿਆਂ ਦਾ ਖਾਤਮਾ ਹੋਣਾ, ਇਸੇ ਤਰ੍ਹਾਂ ਹੀ ਜਦੋਂ ਕੋਈ ਪਰਮੇਸ਼ਰ ਦੀ ਬਖਸ਼ਿਸ਼ ਨੂੰ ਲੈ ਕਰਕੇ ਸੰਸਾਰ ਨੂੰ ਦੁੱਖ ਦਿੰਦਾ ਹੈ ਤੇ ਪਰਮੇਸ਼ਰ ਫਿਰ ਥੱਲੇ ਲਾਉਣ ਲੱਗਿਆ ਵੀ ਮਿੰਟ ਲਾਉਂਦਾ। ਕੀੜਾ ਥਾਪਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾ। ਫਿਰ ਕਿਸੇ ਹੋਰ ਨੂੰ ਰਾਜਾ ਬਣਾ ਦਿੰਦਾ ਤੇ ਪੁਰਾਣੇ ਰਾਜੇ ਨੂੰ ਢਾਹ ਦਿੰਦਾ ਹੈ। ਉਹ ਕਿਸੇ ਦੀ ਸਲਾਹ ਲੈ ਕੇ ਬਣਾਉਂਦਾ ਢਾਉਂਦਾ ਨਹੀਂ। ਪੁੱਛ ਨ ਸਾਜੈ ਪੁੱਛ ਨ ਢਾਹੇ, ਪੁੱਛ ਨ ਲੇਵੈ ਦੇਵੈ ਲੇ। ਨਾ ਕਹਿੰਦੇ ਪੁੱਛ ਕੇ ਦਿੰਦਾ, ਨਾ ਪੁੱਛ ਕੇ ਲੈਂਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮਹਾਰਾਜ ਫਿਰ ਉਸ ਦੇ ਬਾਰੇ ਕੁਛ ਤਾਂ ਦੱਸੋ, ਉਹ ਕਿਹਨੂੰ ਦਾਤਾਂ ਦਿੰਦਾ ਹੈ? ਵੱਡੇ ਹੱਥ ਵਡਿਆਈਆਂ ਜੈ ਭਾਵੈ ਤੈ ਦੇ। ਪਾਤਸ਼ਾਹ ਕਹਿੰਦੇ ਇਹ ਸਭ ਉਹਦੇ ਆਪਣੇ ਹੱਥ ਵਿੱਚ ਰੱਖਿਆ ਹੋਇਆ। ਪਰਮਾਤਮਾ ਦੇ ਹੱਥ ਵਿੱਚ ਸਾਰੀਆਂ ਵਡਿਆਈਆਂ। ਜਿਹੜਾ ਜੀਵ ਉਸ ਨੂੰ ਭਾ ਜਾਂਦਾ, ਚੰਗਾ ਲੱਗ ਜਾਂਦਾ ਹੈ, ਉਸ ਨੂੰ ਪਰਮਾਤਮਾ ਬਖਸ਼ਾਂ ਕਰ ਦਿੰਦਾ। ਫਿਰ ਉਹ ਕੋਈ ਊਚ ਨੀਚ ਨਹੀਂ ਵੇਖਦਾ। ਹੁਕਮ ਸਵਾਰੇ ਆਪਣੇ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ ਆਪਣੇ ਹੁਕਮ ਦੇ ਅੰਦਰ ਦੁਨੀਆ ਨੂੰ ਚਲਾਉਂਦਾ ਹੈ, ਆਪਣੀ ਮਰਜ਼ੀ ਨਾਲ ਚਲਾਉਂਦਾ ਹੈ। ਚੱਸਾ ਨਾ ਢਿੱਲ ਕਰੇ। ਔਰ ਸੰਸਾਰ ਨੂੰ ਚਲਾਉਣ ਲੱਗਿਆ ਜੀਵਾਂ ਦੀ ਪਾਲਣਾ ਵਿੱਚ ਚੱਸਾ ਸਕਿੰਟ ਮਾਤਰ ਵੀ ਢਿੱਲ ਨਹੀਂ ਕਰਦਾ। ਭਾਵ ਸਭ ਦਾ ਖਿਆਲ ਉਹ ਆਪ ਰੱਖਦਾ। ਜਿਨੋ ਪਾਈ ਰੰਗ ਰਵਾਈ, ਬੈਠਾ ਵੇਖੈ ਵੱਖ ਅਕੇਲਾ। ਜੇ ਉਹਦੀਆਂ ਬਖਸ਼ਾਂ ਲੈਣੀਆਂ ਹੋਣ ਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ? ਤੇ ਪਾਤਸ਼ਾਹ ਕਹਿੰਦੇ, ਮਿਹਰਬਾਨ ਸਹਿ ਮਿਹਰਬਾਨ, ਸਹਿ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਨਹਾਰ। ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਿਸਨੇ ਤੈਨੂੰ ਪੈਦਾ ਕੀਤਾ ਉਹੀ ਤੈਨੂੰ ਆਸਰਾ ਦੇਣ ਵਾਲਾ ਹੈ, ਸ਼ਕਤੀ ਦੇਣ ਵਾਲਾ ਹੈ, ਤਾਕਤ ਦੇਣ ਵਾਲਾ ਹੈ। ਪਾਤਸ਼ਾਹ ਜੀ ਕਹਿੰਦੇ ਵੱਡੇ ਹੱਥ ਵਡਿਆਈਆਂ, ਉਹਨੇ ਵਡਿਆਈਆਂ ਉਹਦੇ ਹੱਥ 'ਚ ਰੱਖੀਆਂ ਹੋਈਆਂ। ਜੈ ਭਾਵੈ ਤੇ ਦੇ। ਜਿਹੜੇ ਉਹਨੂੰ ਚੰਗੇ ਲੱਗ ਜਾਂਦੇ ਆ ਉਹਨਾਂ ਨੂੰ ਵਡਿਆਈ ਦੇ ਦਿੰਦਾ। ਹੁਕਮ ਸਵਾਰੇ ਆਪਣੇ, ਚੱਸਾ ਨ ਢਿੱਲ ਕਰੇ। ਆਪਣੇ ਹੁਕਮ ਦੇ ਨਾਲ ਉਹ ਕਿਸੇ ਨੂੰ ਸਵਾਰ ਕੇ ਆਪਣੇ ਵਿੱਚ ਮਿਲਾ ਸਕਦਾ ਹੈ ਤੇ ਦੁਨੀਆ ਨੂੰ ਪਾਲਣ ਵਿੱਚ ਉਹ ਕੋਈ ਆਲਸ ਨਹੀਂ ਕਰਦਾ। ਸਭ ਦਾ ਖਿਆਲ ਉਹ ਆਪ ਰੱਖਦਾ ਹੈ। ਸਭ ਕੋ ਆਖੈ ਬਹੁਤ ਬਹੁਤ। ਸਭ ਕੋਈ ਉਹਦੇ ਜਸ ਨੂੰ ਕਹਿੰਦੇ ਹਨ। ਦੁਨੀਆ ਉਸ ਤੋਂ ਲੈਣ ਵਾਸਤੇ ਉਹਨੂੰ ਵੱਡਾ ਕਹਿੰਦੀ ਹੈ। ਤੂੰ ਬਹੁਤ ਵੱਡਾ ਹੈ, ਤੂੰ ਬਹੁਤ ਵੱਡਾ ਹੈ। ਜਿਵੇਂ ਕੋਈ ਮਰਾਸੀ, ਕੋਈ ਮੰਗਤਾ ਸਾਡੇ ਦਰ 'ਤੇ ਆਉਂਦਾ, ਜਦ ਉਹ ਸਾਡੀਆਂ ਸਿਫਤਾਂ ਕਰਦਾ। ਜਿਸ ਦੇ ਦਰ 'ਤੇ ਮੰਗਣ ਜਾਂਦਾ ਉਹਦੇ ਦੀਆਂ ਸਿਫਤਾਂ ਕਰਦਾ ਉਹ ਮੰਗਣ ਵਾਲਾ ਮੰਗਤਾ। ਤੇ ਉਹ ਖੁਸ਼ੀ ਵਿੱਚ ਆ ਕੇ ਘਰ ਵਾਲਾ ਉਹਨੂੰ ਕੁਝ ਨਾ ਕੁਝ ਦੇ ਦਿੰਦਾ ਮਾਲਕ। ਇਸੇ ਤਰ੍ਹਾਂ ਪਰਮੇਸ਼ਰ ਤੋਂ ਕੁਝ ਲੈਣ ਵਾਸਤੇ ਸਾਨੂੰ ਉਹਦੀ ਸਿਫਤ ਕਰਨੀ ਚਾਹੀਦੀ ਹੈ। ਕੀ ਕਹੀਏ? ਸਭ ਕੋ ਆਖੈ ਬਹੁਤ ਬਹੁਤ, ਤੂੰ ਬਹੁਤ ਵੱਡਾ ਹੈ, ਤੂੰ ਬਹੁਤ ਵੱਡਾ ਹੈ। ਤੇ ਸੰਸਾਰ ਉਸ ਨੂੰ ਬਹੁਤ ਵੱਡਾ ਕਹਿ ਕੇ ਸਿਫਤ ਕਰਦੀ ਹੈ ਤੇ ਫਿਰ ਦਾਤਾਂ ਮੰਗਦੀ ਹੈ ਦੁਨੀਆ, ਤੇ ਫਿਰ ਉਹ ਦਾਤਾਂ ਵੀ ਦੇ ਹੀ ਜਾਂਦਾ। ਪਰ ਜਿਹੜੇ ਨਿਸ਼ਕਾਮ ਹੋ ਕੇ ਉਸ ਦਾ ਜਸ ਕਰਦੇ ਹਨ ਉਹਨਾਂ ਨੂੰ ਉਹ ਆਪ ਮਿਲ ਪੈਂਦਾ। ਜਿਹਨੂੰ ਆਪ ਮਿਲ ਪਿਆ ਉਹ ਆਪ ਵੀ ਮਿਲ ਗਿਆ ਤੇ ਉਹਦੀਆਂ ਦਾਤਾਂ ਵੀ ਉਹਨੂੰ ਮਿਲ ਗਈਆਂ। ਬਹੁਤੇ ਲੋਕ ਤਾਂ ਕੇਵਲ ਦਾਤਾਂ ਲੈਣ ਵਾਸਤੇ ਉਹਦੀਆਂ ਸਿਫਤਾਂ ਕਰਦੇ ਨੇ, ਪਰ ਕੁਝ ਐਸੇ ਵੀ ਹਨ ਜਿਹੜੇ ਨਿਸ਼ਕਾਮ ਉਹਦੀ ਸਿਫਤ ਕਰਦੇ ਹਨ। ਉਹਨਾਂ ਨੂੰ ਆਪ ਮਿਲ ਜਾਂਦਾ ਹੈ ਤੇ ਉਹਨਾਂ ਨੂੰ ਆਪ ਦੇ ਵਿੱਚ ਮਿਲਾ ਲੈਂਦਾ ਹੈ
ਇਸ ਤਰ੍ਹਾਂ ਸਾਰੇ ਲੈਣ ਦੀ ਵਿਚਾਰ ਕਰਕੇ ਫਸੇ ਹਨ। ਪਰਮਾਤਮਾ ਕਿਸੇ ਦੇ ਕਹਿਣ ਨਾਲ ਵੱਡਾ ਨਹੀਂ ਹੋ ਜਾਂਦਾ। ਸਾਰੀ ਦੁਨੀਆ ਨਾਸਤਿਕ ਬਣ ਕੇ ਉਹਦੀ ਨਿੰਦਿਆ ਕਰਨ ਲੱਗ ਪਵੇ ਤਾਂ ਕੋਈ ਛੋਟਾ ਨਹੀਂ ਕਰ ਸਕਦਾ ਉਸ ਨੂੰ। ਜੇਸਾ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨ ਜਾਹੇ। ਨਾਉ ਮਰੈ ਨ ਹੋਵੇ ਸੋਗ, ਦਿੰਦਾ ਰਹੇ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਦਾਤਾਂ ਦਿੰਦਾ ਜਾ ਰਿਹਾ, ਉਹ ਮਰਦਾ ਨਹੀਂ, ਉਹਦਾ ਕੋਈ ਸ਼ੋਗ ਨਹੀਂ ਹੈ। ਦਿੰਦਾ ਰਹੇ ਨਾ ਚੁੱਕੈ ਭੋਗ, ਵਾਪਸ ਨਹੀਂ ਲੈਂਦਾ ਦੇ ਕੇ। ਐਸਾ ਉਹ ਪਰਮਾਤਮਾ ਹੈ। ਪਾਤਸ਼ਾਹ ਜੀ ਕਹਿੰਦੇ ਸਭ ਕੋ ਆਖੈ ਬਹੁਤ ਬਹੁਤ ਲੈਣਾ ਕੇ ਵਿਚਾਰ, ਉਹ ਤੋਂ ਦਾਤਾਂ ਲੈਣ ਵਾਸਤੇ ਉਹਦੀਆਂ ਸਿਫਤਾਂ ਕਰਦੇ ਨੇ। ਕੇਵੜ ਦਾਤਾ ਆਖੀਐ ਦੇ ਕੇ ਰਿਹਾ ਸ਼ੁਮਾਰ। ਫਿਰ ਕਾਜ਼ੀਆਂ ਨੇ ਅਗਲਾ ਪ੍ਰਸ਼ਨ ਪੈਦਾ ਕੀਤਾ, ਮਹਾਰਾਜ ਉਸ ਪਰਮੇਸ਼ਰ ਨੂੰ ਅਸੀਂ ਕਿੱਡਾ ਕੁ ਵੱਡਾ ਆਖੀਏ? ਉਹ ਕਿਵੇਂ ਦੁਨੀਆ ਨੂੰ ਪਾਲਦਾ? ਏਡੀ ਵੱਡੀ ਦੁਨੀਆ ਨੂੰ ਪਾਲਣ ਵਾਲਾ ਉਹ ਕਿੱਥੇ ਬੈਠਾ? ਸੁਣ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਪਾਤਸ਼ਾਹ ਜੀ ਕਹਿੰਦੇ ਇਹਦੇ ਬਾਰੇ ਵੀ ਕੁਛ ਕਿਹਾ ਨਹੀਂ ਜਾ ਸਕਦਾ। ਉਹ ਕਿੱਡਾ ਵੱਡਾ, ਦੇਖੋ ਕਿੰਨੀ ਦੁਨੀਆ ਨੂੰ ਪਾਲਦਾ। ਇੱਕ ਮਾਸਾਹਾਰੀ, ਇੱਕ ਤ੍ਰਿਣ ਖਾਹੇ, ਇੱਕ ਨਾ 36 ਅੰਮ੍ਰਿਤ ਪਾਹੇ। ਮਾਸ ਖਾਣ ਵਾਲਿਆਂ ਨੂੰ ਮਾਸ ਦਿੰਦਾ, ਘਾਹ ਖਾਣ ਵਾਲਿਆਂ ਨੂੰ ਘਾਹ ਦਿੰਦਾ। ਮਨੁੱਖ ਨੂੰ 36 ਪ੍ਰਕਾਰ ਦੇ ਭੋਜਨ ਦਿੱਤੇ ਹੋਏ ਹਨ। ਇੱਕ ਮਿੱਟੀਆ ਮੈਂ ਮਿੱਟੀਆ ਖਾਏ, ਇੱਕ ਮਿੱਟੀ ਦੇ ਵਿੱਚ ਮਿੱਟੀ ਖਾਣ ਵਾਲੀ ਆ, ਉਹਨਾਂ ਕੋਲ ਮਿੱਟੀ ਵੀ ਪਹੁੰਚਾਉਂਦਾ। ਅਜੇ ਸੱਪ ਮਿੱਟੀ ਖਾਣ ਵਾਲੇ ਆ। ਕੁਝ ਸੱਪ ਪਹਾੜਾਂ ਵਿੱਚ ਵੀ ਰਹਿੰਦੇ ਨੇ ਜਿੱਥੇ ਮਿੱਟੀ ਨਹੀਂ ਹੁੰਦੀ, ਤੇ ਪਰਮੇਸ਼ਰ ਉਹਨਾਂ ਕੋਲੇ ਮਿੱਟੀ ਪਹੁੰਚਾ ਦਿੰਦਾ। ਕਿਵੇਂ ਭਲਾ? ਇੱਕ ਦਿਨ ਦੀ ਗੱਲ ਹੈ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਸੇਵਕ ਲਾਂਗਰੀ ਬੱਲੂ, ਭਾਈ ਬੱਲੂ ਕਹਿਣ ਲੱਗਿਆ, ਮਹਾਰਾਜਾ ਹਨੇਰੀ ਵਗ ਰਹੀ ਆ, ਹਨੇਰੀ ਚੱਲ ਰਹੀ ਆ। ਜਦੋਂ ਲੰਗਰ ਤਿਆਰ ਕਰਦੇ ਆ ਤੇ ਰੇਤਾ ਜਿਹੜਾ ਹਨੇਰੀ ਦਾ ਵਿੱਚ ਪੈ ਜਾਣਾ, ਥੋੜ੍ਹੇ ਚਿਰ ਵਾਸਤੇ ਹਨੇਰੀ ਬੰਦ ਕਰ ਦਿਓ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਕਿਉਂ ਭਾਈ? ਮਹਾਰਾਜ ਮੈਂ ਲੰਗਰ ਤਿਆਰ ਕਰ ਲਵਾਂਗਾ। ਇੰਨੇ ਸਮੇਂ 'ਚ ਕਹਿੰਦੇ ਹਨੇਰੀ ਵੀ ਪਰਮੇਸ਼ਰ ਦੇ ਹੁਕਮ ਅੰਦਰ ਚੱਲ ਰਹੀ ਹੈ। ਮਹਾਰਾਜ ਇਹ 'ਚ ਕੀ ਹੁਕਮ ਆ ਗਿਆ? ਕਹਿੰਦੇ ਇਹ ਪਹਾੜਾਂ ਦੇ ਪੱਥਰਾਂ ਦੇ ਜਿੱਥੇ ਲਾਲ ਪੱਥਰ ਤਪਦੇ ਹਨ, ਜਿੱਥੇ ਰੇਤਾ ਨਹੀਂ ਹੈ ਕਿਣਕਾ ਵੀ, ਉੱਥੇ ਕੁਝ ਜਾਨਵਰ ਰਹਿੰਦੇ ਆ, ਸੱਪ ਆਦਿ। ਉਹ ਮਿੱਟੀ ਖਾਣੇ ਸੱਪ ਹਨ, ਤੇ ਹਨੇਰੀ ਰੇਤੇ ਨੂੰ ਉਡਾ ਕੇ ਉਹਨਾਂ ਤੱਕ ਲੈ ਜਾਂਦੀ ਆ। ਉਹ ਕੁੰਡਲੀ ਮਾਰ ਕੇ ਬਹਿ ਜਾਂਦੇ ਨੇ, ਤੇ ਉੜਦਾ ਹੋਇਆ ਰੇਤਾ ਉਹਨਾਂ ਦੇ ਸਰੀਰ ਨਾਲ ਲੱਗ ਕੇ ਇਕੱਠਾ ਹੋ ਜਾਂਦਾ, ਤੇ ਮਗਰੋਂ ਉਸ ਨੂੰ ਉਹ ਖਾ ਲੈਂਦੇ ਨੇ। ਇਸ ਕਰਕੇ ਇਹਨੂੰ ਚੱਲੀ ਜਾਣ ਦੇ, ਆਪਾਂ ਰੋਟੀ ਠਹਿਰ ਕੇ ਖਾ ਲਾਂਗੇ। ਕਹੋ ਸਤਨਾਮ ਸ੍ਰੀ। ਤੋ ਇਸ ਤਰ੍ਹਾਂ ਇੱਕ ਮਿੱਟੀਆ ਮੈਂ ਮਿੱਟੀਆ ਖਾਏ ਪਰਮੇਸ਼ਰ ਕਿਵੇਂ ਸੰਭਾਲਦਾ? ਇੱਕ ਮਾਸਾਹਾਰੀ, ਇੱਕ ਮਾਸ ਖਾਣ ਵਾਲੇ ਆ, ਉਹਨਾਂ ਨੂੰ ਮਾਸ ਪਹੁੰਚਾਉਂਦਾ। ਇੱਕ ਤ੍ਰਿਣ ਖਾਹੇ, ਇੱਕ ਜਾਨਵਰ ਪਸ਼ੂ ਜਿਹੜੇ ਹਨ ਉਹ ਘਾਹ ਖਾਣ ਵਾਲੇ ਆ, ਉਹਨਾਂ ਨੂੰ ਘਾਹ ਦਿੰਦਾ। ਇੱਕ ਦਾ 36 ਅੰਮ੍ਰਿਤ ਪਾਹੇ, ਸਾਨੂੰ 36 ਪ੍ਰਕਾਰ ਦੇ ਭੋਜਨ ਦਿੱਤੇ ਹੋਏ ਹਨ। ਇੱਕ ਮਿੱਟੀਆ ਮੈਂ ਮਿੱਟੀਆ ਖਾਹੇ, ਇੱਕ ਮਿੱਟੀ ਖਾਣ ਵਾਲੇ ਉਹਨਾਂ ਨੂੰ ਮਿੱਟੀ ਦਿੰਦਾ। ਇੱਕ ਪੌਣ ਸਮਾਰੀ, ਪੌਣ ਸਮਾਰ ਇੱਕ ਹਵਾ ਹੀ ਖਾਂਦੇ ਆ। ਹਵਾ ਦੇ ਵਿੱਚ ਵੀ ਬਹੁਤ ਸਾਰੇ ਜੀਵ ਜੰਤੂ ਆ, ਉਹ ਹਵਾ ਨਾਲ ਹੀ ਪਲਦੇ ਆ, ਹਵਾ 'ਚ ਹੀ ਬਣਦੇ ਆ, ਹਵਾ ਹੀ ਖਾਂਦੇ ਆ। ਇੱਕ ਪੌਣ ਸਮਾਰੀ, ਪੌਣ ਸਮਾਰ, ਇੱਕ ਨਿਰੰਕਾਰੀ ਨਾਮ ਆਧਾਰ। ਇੱਕ ਬ੍ਰਹਮ ਗਿਆਨੀ ਹਨ ਜਿਹੜੇ ਨਾਮ ਹੀ ਖਾਂਦੇ ਆ, ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਇੱਕ ਨਿਰੰਕਾਰ ਦਾ ਰੂਪ ਹੋ ਗਏ ਨਾਮ ਜਪਦੇ ਜਪਦੇ, ਉਹ ਹੋਰ ਕੁਝ ਨਹੀਂ ਮੰਗਦੇ, ਕੇਵਲ ਉਹਦਾ ਨਾਮ ਮੰਗਦੇ ਆ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਉਹ ਉਹਦਾ ਨਾਮ ਮੰਗਦੇ ਹਨ। ਇੱਕ ਨਿਰੰਕਾਰੀ ਨਾਮ ਆਧਾਰ, ਜੀਵੈ ਦਾਤਾ ਮਰੈ ਨਾ ਕੋਏ। ਨਾਨਕ ਮੁੱਠੈ ਜਾਹੇ ਨਾਹੀ ਮਨ ਸੋਏ। ਇਸ ਤਰ੍ਹਾਂ ਉਹ ਪਰਮੇਸ਼ਰ ਜਿਹੜਾ ਹੈ ਬੜਾ ਬੇਅੰਤ ਹੈ, ਇੰਨੇ ਜੀਵਾਂ ਨੂੰ ਪਾਲਦਾ। ਫਿਰ ਉਹ ਕਿੱਡਾ ਵੱਡਾ ਹੋ ਸਕਦਾ ਇਹ ਵੀ ਮੈਂ ਕਹਿ ਨਹੀਂ ਸਕਦਾ। ਪਾਤਸ਼ਾਹ ਜੀ ਕਹਿੰਦੇ ਕੇਵੜ ਦਾਤਾ ਆਖੀਏ, ਕਿੱਡਾ ਵੱਡਾ ਕਹੀਏ ਉਸ ਨੂੰ। ਦੇ ਕੇ ਰਿਹਾ ਸ਼ੁਮਾਰ, ਇੰਨੇ ਜੀਵਾਂ ਨੂੰ ਸੰਭਾਲਦਾ ਦਾਤਾਂ ਦੇ ਕੇ, ਖਿਆਲ ਰੱਖਦਾ। ਕਾਜੀ ਕਹਿਣ ਲੱਗੇ, ਮਹਾਰਾਜ
ਉਹ ਸਾਰੇ ਸੰਸਾਰ ਨੂੰ ਇੱਕ ਦਿਨ ਵਿੱਚ ਕਈ ਵਾਰੀ ਰੋਜੀ ਦੇ ਰਿਹਾ ਹੈ। ਜਿਸ ਤਰ੍ਹਾਂ ਆਪਾਂ ਕਿਸੇ ਚੀਜ਼ ਨੂੰ ਵਰਤਾਈਏ ਤਾਂ ਉਹ ਮੁੱਕ ਜਾਂਦੀ ਹੈ, ਕਿ ਉਹਦੇ ਕੋਲੋਂ ਮੁੱਕਦੀ ਨਹੀਂ। ਕਹਿਣ ਲੱਗਿਆ ਕਾਜੀ ਜਿਹੜੇ ਬੈਠੇ ਆ ਮਲਾਣੇ ਮੱਕੇ ਦੀ ਪਰਿਕਰਮਾ 'ਚ ਗੱਲਾਂ ਕਰ ਰਹੇ ਨੇ, ਕਹਿੰਦੇ ਸਾਡੇ ਤਾਂ ਖਜ਼ਾਨੇ ਮੁੱਕ ਜਾਂਦੇ ਆ ਵਰਤਾਇਆਂ ਤੇ ਉਹਦੇ ਖਜ਼ਾਨੇ ਮੁੱਕਦੇ ਨਹੀਂ, ਉਹ ਰੋਜ਼ ਇੰਨਾ ਵੰਡਦਾ। ਇਸ ਤਰ੍ਹਾਂ ਦਾ ਵੀ ਭੰਡਾਰਾ ਕਦੇ ਤਾਂ ਖਤਮ ਹੋ ਜਾਂਦਾ ਹੋਵੇਗਾ। ਗੁਰੂ ਪਾਤਸ਼ਾਹ ਕਹਿੰਦੇ ਨਾਨਕ ਟੋਟ ਨ ਆਵਈ, ਤੇਰੇ ਜੁਗ ਹੈ ਜੁਗੈ ਭੰਡਾਰ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਉਹਦੇ ਖਜ਼ਾਨੇ ਮੁੱਕਣ ਵਾਲੇ ਨਹੀਂ। ਕਿਤੇ ਅੱਜ ਦੇ ਵੰਡੀ ਜਾਂਦਾ, ਉਹ ਜੁਗਾਂ ਤੋਂ ਵੰਡੀ ਜਾਂਦਾ ਹੈ। ਜਿੱਦਣ ਦਾ ਜੀਵ ਨੂੰ ਪੈਦਾ ਕੀਤਾ ਉਦੋਂ ਤੋਂ ਵੰਡੀ ਜਾਂਦਾ, ਦਾਤਾਂ ਦੇ ਹੀ ਜਾਂਦਾ। ਉਹਦੇ ਖਜ਼ਾਨੇ ਮੁੱਕਣ ਵਾਲੇ ਨਹੀਂ। ਜੁਗਾਂ ਜੁਗਾਂਤਰਾਂ ਤੋਂ ਜੀਵਾਂ ਨੂੰ ਰੋਜੀ ਦੇ ਕੇ ਪਾਲਦਾ ਆ ਰਿਹਾ ਹੈ ਤੇ ਪਾਲਦਾ ਰਹੇਗਾ। ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ। ਇਉਂ ਇਹ ਅਸ਼ਟਪਦੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 53 ਉੱਪਰ ਸੁਭਾਏਮਾਨ ਹੈ, ਸਤਿਗੁਰਾਂ ਨੇ ਮੱਕੇ ਦੀ ਪਰਿਕਰਮਾ ਵਿੱਚ ਬੈਠ ਕੇ ਉਚਾਰੀ ਹੈ। ਜਿਸਨੋ ਵਾਇ ਸੁਨਾਈ ਹੈ ਸੋ ਕੇਵੜ ਕੇ ਤਥਾਏ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਸ ਦੀ ਮਹਿਮਾ ਅਸੀਂ ਕਰਦੇ ਹਾਂ, ਉਹ ਕਿੱਥੇ ਰਹਿੰਦਾ, ਕਿੱਡਾ ਕੁ ਵੱਡਾ। ਜਦੋਂ ਪਾਤਸ਼ਾਹ ਨੇ ਕਿਹਾ ਵੀ ਖੁਦਾ ਤੇਰੇ ਇਕੱਲੇ ਮੱਕੇ 'ਚ ਨਹੀਂ ਰਹਿੰਦਾ ਗਾ, ਉਹ ਹਰ ਥਾਂ ਤੇ ਵਸਦਾ, ਫਿਰ ਇੱਥੋਂ ਗੱਲ ਚੱਲ ਪਈ ਪਰਮੇਸ਼ਰ ਦੀ ਕਿ ਦੱਸੋ ਫਿਰ ਉਹ ਕਿੱਥੇ ਰਹਿੰਦਾ, ਉਹ ਥਾਂ ਕਿਹੜਾ ਹੈ ਜਿੱਥੇ ਉਹ ਰਹਿੰਦਾ, ਉਹ ਕਿੱਡਾ ਕੁ ਵੱਡਾ ਥਾਂ ਹੈ ਜਿੱਥੇ ਉਹ ਰਹਿੰਦਾ ਹੈ। ਪਾਤਸ਼ਾਹ ਜੀ ਕਹਿਣ ਲੱਗੇ ਆਖ ਆਖ ਮਨ ਵਾਵਣਾ, ਜਿਉਂ ਜਿਉਂ ਜਾਪੈ ਵਾਏ, ਜਿਸਨੂੰ ਵਾਏ ਸੁਨਾਈ ਹੈ ਸੋ ਕੇਵੜ ਕੇ ਤਥਾਏ। ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵਲਾਏ। ਬਾਬਾ ਕਾਜ਼ੀਆਂ ਨੂੰ ਸੰਬੋਧਨ ਕਰਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਾਬਾ ਅੱਲ੍ਹੋ ਅਗਾਮੀ ਅਪਾਰ, ਉਹ ਬੜਾ ਬੇਅੰਤ ਹੈ। ਬਾਕੀ ਨਾਈ ਉਹ ਆਪ ਪਵਿੱਤਰ ਹੈ, ਉਹਦਾ ਨਾਮ ਪਵਿੱਤਰ ਹੈ। ਪਾਕ ਥਾਏ ਉਹ ਥਾਂ ਵੀ ਪਵਿੱਤਰ ਹੈ ਜਿੱਥੇ ਉਹ ਵਸਦਾ, ਸੱਚਾ ਪਰਵਦਗਾਰ ਰਹਾਓ। ਫਿਰ ਅੱਗੇ ਕਾਜ਼ੀਆਂ ਨੇ ਕਈ ਪ੍ਰਸ਼ਨ ਪੁੱਛੇ ਜੋ ਆਪਾਂ ਕਥਾ ਵੀ ਸਰਵਣ ਕੀਤੇ। ਉਹਦੇ ਹੁਕਮ ਬਾਰੇ ਜਾਣਨਾ ਚਾਹਿਆ, ਜਿਵੇਂ ਜਪਜੀ ਸਾਹਿਬ ਦੇ ਵਿੱਚ ਜੋਗੀਆਂ ਨੇ ਪੁੱਛਿਆ ਜੀ ਉਹਦੇ ਬਾਰੇ ਨਹੀਂ ਪਤਾ ਲੱਗਦਾ, ਉਹਦੇ ਹੁਕਮ ਬਾਰੇ ਦੱਸ ਦਿਓ। ਤੇ ਪਾਤਸ਼ਾਹ ਕਹਿੰਦੇ ਹੁਕਮ ਬਾਰੇ ਕਿਵੇਂ ਦੱਸਾਂ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੇ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਏ। ਪਰ ਇੱਕ ਗੱਲ ਹੈ ਵੀ ਜਿਨ੍ਹਾਂ ਨੇ ਉਹਦੇ ਹੁਕਮ ਨੂੰ ਸਮਝ ਲਿਆ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ, ਉਹਨਾਂ ਦੇ ਵਿਕਾਰਾਂ ਦਾ ਖਾਤਮਾ ਹੋ ਗਿਆ। ਇਹ ਸੀ ਪਵਿੱਤਰ ਅਸ਼ਟਪਦੀ। ਬਾਬੇ ਨਾਨਕ ਜੀ ਨੇ ਜਿਸ ਵੇਲੇ ਮੱਕੇ ਜਾਣਾ ਕੀਤਾ, ਮੱਕੇ ਦੀ ਪਰਿਕਰਮਾ ਵਿੱਚ ਕਾਜ਼ੀਆਂ ਨੇ ਸਵਾਲ ਜਵਾਬ ਕੀਤੇ, ਉਹਨਾਂ ਦੇ ਜਵਾਬ ਦੇ ਵਿੱਚ ਹੀ ਅਸ਼ਟਪਦੀ ਉਚਾਰੀ ਗਈ ਸੀ। ਇੱਥੇ ਵਿਚਾਰਾਂ ਨੂੰ ਰੋਕਦੇ ਹਾਂ ਤਾਂ ਕਾਜ਼ੀਆਂ ਨੂੰ ਜਦ ਗਿਆਨ ਕਰਾਇਆ ਤੇ ਕਾਜ਼ੀ ਪੈਰੀ ਪੈ ਗਏ। ਫਿਰ ਤਾਂ ਬਾਬੇ ਨਾਨਕ ਦੀ ਉੱਥੇ ਬੱਲੇ ਬੱਲੇ ਹੋਣ ਲੱਗੀ। ਸਾਰਾ ਮੱਕਾ ਜਿੱਤਿਆ, ਫਿਰ ਮਦੀਨੇ ਵੱਲ ਚਲੇ ਗਏ ਗੁਰੂ ਪਿਆਰਿਓ। ਮਦੀਨਾ ਜਿਹੜਾ ਹੈ ਉੱਥੇ ਇਹਨਾਂ ਦੇ ਮੁਹੰਮਦ ਸਾਹਿਬ ਦੀ ਕਬਰ ਹੈ। ਹੁਣ ਸਾਹਮਣੇ ਕਬਰ ਬਣੀ ਹੋਈ ਆ ਤੇ ਉੱਥੇ ਕੁਝ ਮਜੌਰ ਬੈਠੇ ਆ ਜਿਹੜੇ ਇਹਨਾਂ ਦੇ ਸੇਵਾਦਾਰ ਹਨ। ਤੇ ਬਾਬਾ ਨਾਨਕ ਸਣੇ ਖੜਾਵਾ ਕਬਰ ਦੇ ਵੱਲ ਜਾ ਰਹੇ ਸੀਗੇ ਤੇ ਮਜੌਰ ਕਹਿੰਦੇ ਉਹ ਫਕੀਰਾ ਰੁਕ, ਆ ਖੜਾਵਾ ਬਾਹਰ ਲਾ ਕੇ ਆ। ਪਾਤਸ਼ਾਹ ਕਹਿੰਦੇ ਕਿਉਂ ਭਾਈ? ਕਹਿੰਦੇ ਇਹ ਮੁਹੰਮਦ ਸਾਹਿਬ ਦੀ ਕਬਰ ਹੈ। ਜਦ ਪਾਤਸ਼ਾਹ ਜੀ ਸਾਹਮਣੇ ਗਏ ਕਬਰ ਦੇ ਤੇ ਕਹਿੰਦੇ ਕਬਰ ਇੱਕ ਪਾਸਿਓਂ ਜ਼ਮੀਨ ਵਿੱਚ ਧੱਸ ਗਈ, ਭਾਵ ਨੀਵੀਂ ਹੋ ਗਈ, ਜਿਵੇਂ ਨਮਸਕਾਰ ਕਰਦੀ ਹੋਵੇ ਕਬਰ ਵੀ। ਉਹ ਹੈਰਾਨ ਹੋ ਗਏ। ਫਿਰ ਮਦੀਨੇ ਦੇ ਲੋਕਾਂ ਨੂੰ ਵੀ ਜਿੱਤਿਆ, ਮਦੀਨੇ ਦੇ ਲੋਕਾਂ ਨੂੰ ਵੀ ਗਿਆਨ ਕਰਾਇਆ। ਸਾਲ ਸਮਾਪਤ ਹੋ ਗਿਆ, 1 ਸਾਲ ਲੰਘ ਗਿਆ। 1 ਸਾਲ ਦੇ ਬਾਅਦ ਉਹ ਜਹਾਜ਼ ਪਹੁੰਚਿਆ, ਜਿਹੜਾ ਜਹਾਜ਼ ਸੱਖਰ ਭੱਖਰ ਦੀ ਬੰਦਰਗਾਹ ਤੋਂ ਚੱਲਿਆ ਸੀ, ਜਿਸ ਵਿੱਚ ਬੈਠੇ ਹੋਏ ਬਹਾਵਲਦੀਨ ਵਰਗੇ ਪੀਰਾਂ ਨੇ ਬਾਬੇ ਨਾਨਕ ਨੂੰ ਨਾਲ ਨਹੀਂ ਚੜਾਇਆ ਸੀ। ਕਹਿੰਦੇ ਤੂੰ ਹਿੰਦੂ ਫਕੀਰ ਹੈ ਤੇ ਹਿੰਦੂਆਂ ਨੂੰ ਸਾਡੇ ਮੱਕੇ ਜਾਣ ਦਾ ਹੁਕਮ ਨਹੀਂ ਹੈ, ਇਸ ਕਰਕੇ ਅਸੀਂ ਲੈ ਕੇ ਨਹੀਂ ਜਾਣਾ।
ਤਾਂ ਗੁਰੂ ਪਿਆਰਿਓ ਫਿਰ ਬਾਬਾ ਨਾਨਕ ਜੀ ਮਰਦਾਨੇ ਨੂੰ ਕਹਿੰਦੇ, ਮਰਦਾਨਿਆਂ ਸ਼ਬਦ ਗਾ। ਫਿਰ ਉਹਨਾਂ ਨੇ ਸ਼ਬਦ ਗਾਇਆ ਅਤੇ ਜਦ ਨੇਤਰ ਖੋਲ੍ਹੇ ਸ਼ਬਦ ਗਾ ਕੇ ਅਤੇ ਮੱਕੇ ਦੀ ਬਾਉਂਡਰੀ ਦੇ ਬਾਹਰਲੇ ਪਾਸੇ ਪ੍ਰਗਟ ਹੋ ਗਏ। ਮਰਦਾਨਾ ਕਹਿੰਦਾ ਜੀ ਕਿੱਥੇ ਪਹੁੰਚ ਗਏ? ਕਹਿੰਦੇ ਵੇਖ ਤਾਂ ਸਾਹਮਣੇ ਕੀ ਆ? ਕਹਿੰਦੇ ਜੀ ਉਹ ਤਾਂ ਮੱਕੇ ਦੇ ਪਿੱਲਰ ਆ ਉੱਪਰਲੇ, ਟੀਸੀਆਂ ਮੱਕੇ ਦੀਆਂ ਜਿਹੜੇ 4 ਬਣੇ ਹੋਏ ਆ ਵੱਡੇ ਵੱਡੇ। ਕਹਿੰਦੇ ਬਸ ਫਿਰ ਤੇਰਾ ਮੱਕਾ ਆ ਗਿਆ, ਵੇਖ ਲਾ। ਅਤੇ ਜਦ ਮੱਕਾ ਵੇਖਣ ਵਾਸਤੇ ਮਰਦਾਨਾ ਅੰਦਰ ਗਿਆ ਨਾ, ਅਤੇ ਮੱਕੇ ਦੇ ਵਿੱਚ ਬਾਰ ਦੇ ਉੱਤੇ ਕੁਝ ਮਜੌਰ, ਕੁਝ ਸੇਵਾਦਾਰ ਬੈਠੇ ਨੇ। ਉਹ ਕਹਿੰਦੇ ਵੀ ਆ ਪੱਟੀ ਪਈ ਆ, ਇਹ ਅੱਖਾਂ 'ਤੇ ਬੰਨ੍ਹ ਕੇ ਜਾਣਾ ਪਊ ਅੰਦਰ। ਮਰਦਾਨਾ ਕਹਿੰਦਾ ਮੈਂ ਤਾਂ ਵੇਖਣ ਆਇਆ ਯਾਰ, ਮੈਂ ਤਾਂ ਦਰਸ਼ਨ ਕਰਨ ਆਇਆ, ਲੈ ਮੈਂ ਹੁਣ ਪੱਟੀ ਬੰਨ੍ਹ ਕੇ ਜਾਣ ਦਾ ਕੀ ਫਾਇਦਾ ਫਿਰ? ਕਹਿੰਦੇ ਨਾ, ਪੱਟੀ ਬੰਨ੍ਹ ਕੇ ਜਾਣਾ ਪਊਗਾ, ਇਹ ਨਹੀਂ ਜਾਣਦੇ ਅਸੀਂ। ਮਰਦਾਨਾ ਪੁੱਠਾ ਮੁੜਿਆਇਆ ਅਤੇ ਬਾਬੇ ਨਾਨਕ ਨੂੰ ਕਹਿੰਦਾ, ਮਹਾਰਾਜ ਜੀ ਉਹ ਤਾਂ ਕਹਿੰਦੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਜਾਣਾ ਪਊ, ਫਿਰ ਮੇਰਾ ਆਉਣ ਦਾ ਕੀ ਫਾਇਦਾ ਹੋਇਆ? ਆਪਣਾ ਵੇਖਿਆ ਹੀ ਨਾ ਜੀ ਕੀ ਹੈ ਅੰਦਰ। ਬਾਬਾ ਕਹਿੰਦੇ ਜਾ ਫਿਰ ਮਰਦਾਨਿਆਂ, ਹੁਣ ਤੈਨੂੰ ਉਹ ਵੇਖ ਨਹੀਂ ਸਕਣਗੇ। ਅਤੇ ਜਦ ਮਰਦਾਨਾ ਫਿਰ ਗਿਆ ਉਹਨਾਂ ਦੇ ਕੋਲ ਦੀ ਲੰਘ ਗਿਆ, ਉਹਨੂੰ ਪਤਾ ਹੀ ਨਹੀਂ ਲੱਗਿਆ। ਜਦ ਮਰਦਾਨਾ ਮੱਕੇ ਦੇ ਵਿੱਚ ਗਿਆ ਅਤੇ ਕੀ ਵੇਖਦਾ, ਜਿਨ੍ਹਾਂ ਦੀਆਂ ਅੱਖਾਂ 'ਤੇ ਪੱਟੀ ਬੰਨੀ ਹੋਈ ਹੈ, ਸਾਰੇ ਇੱਕ ਗੋਲ ਪੱਥਰ, ਜਿਵੇਂ ਮੰਦਰਾਂ ਵਿੱਚ ਸ਼ਿਵਲਿੰਗ ਗੱਡਿਆ ਹੋਇਆ ਨਾ, ਉੱਥੇ ਇੱਕ ਪੱਥਰ ਗੱਡਿਆ ਸੈਂਟਰ ਵਿੱਚ ਕਰਕੇ, ਉਹਨੂੰ ਕਹਿਦੇ ਆ ਸੰਗੇ ਅਸਵਦ, ਅਸਵਦ ਪੱਥਰ, ਸੰਗੇ ਅਸਵਦ। ਤਾਂ ਉਸ ਨੂੰ ਉਹ ਦੋਨਾਂ ਹੱਥਾਂ ਦੇ ਨਾਲ ਟੱਚ ਕਰਦੇ ਹੈ ਔਰ ਫਿਰ ਉਸ ਦਾ ਬੋਸਾ ਲੈਂਦੇ ਆ, ਚੁੰਮਾ ਲੈਂਦੇ ਆ, ਉਹਦੀ ਪਰਿਕਰਮਾ ਕਰਦੇ ਆ। ਜਿਹੜੇ ਪਾਣੀ ਨਾਲ ਤੜਕੇ ਤੜਕੇ ਉਸ ਦਾ ਇਸ਼ਨਾਨ ਕਰਾਇਆ ਹੁੰਦਾ ਹੈ, ਉਸ ਪਾਣੀ ਨੂੰ ਪੀ ਕੇ ਹੱਜ ਖੋਲ੍ਹਦੇ ਆ। ਇਹਨੂੰ ਕਹਿੰਦੇ ਆ ਹੱਜ ਕਰਨਾ, ਕੋ ਸਤਨਾਮ ਸ੍ਰੀ। ਉਹ ਪਾਣੀ ਸਾਰਾ ਉਸ ਦੇ ਇਸ਼ਨਾਨ ਕਰਾਇਆ ਹੋਇਆ, ਸਾਫ ਪਾਣੀ ਬਾਹਰ ਆ ਕੇ ਇੱਕ ਚਲੇ ਵਿੱਚ ਖੜਾ ਹੋ ਜਾਂਦਾ ਹੈ, ਖੱਡਾ ਬਣਾਇਆ। ਉੱਥੋਂ ਫਿਰ ਇਹ ਮੁਸਲਮਾਨ ਜਾ ਕੇ ਉਹ ਜਲ ਲੈਂਦੇ ਆ, ਉਹਦੇ ਨਾਲ ਹੱਥ ਮੂੰਹ ਧੋਂਦੇ ਆ ਔਰ ਉਹ ਜਲ ਨੂੰ ਪੀਂਦੇ ਆ। ਇਹਨੂੰ ਕਹਿੰਦੇ ਆ ਹੱਜ ਕਰਨਾ। ਅਤੇ ਮਰਦਾਨਾ ਸਾਰਾ ਕੁਝ ਵੇਖ ਕੇ ਹੱਸਦਾ ਹੋਇਆ ਬਾਬੇ ਨਾਨਕ ਜੀ ਕੋਲ ਆ ਗਿਆ। ਬਾਬਾ ਜੀ ਕਹਿੰਦੇ ਕੀ ਵੇਖ ਆਇਆ ਤੂੰ ਓਏ? ਮਹਾਰਾਜ ਮੈਂ ਹੈਰਾਨ ਹਾਂ, ਇਹ ਲੋਕ ਹਿੰਦੂਆਂ ਨੂੰ ਕਾਫਰ ਕਹੀ ਜਾਂਦੇ ਹੈ ਅਤੇ ਆਪ ਵੀ ਤਾਂ ਪੱਥਰ ਹੀ ਪੂਜਦੇ ਆ। ਮੱਕੇ ਵਿੱਚ ਇੱਕ ਸ਼ਿਵਲਿੰਗ ਲੱਗਿਆ ਹੋਇਆ, ਉਹਦੀ ਪੂਜਾ ਕਰਦੇ ਆ। ਕਹਿੰਦੇ ਮਰਦਾਨਿਆਂ ਐਸਾ ਹੀ ਹੈ। ਮਰ ਇਹਦਾ ਬੈਕਗਰਾਊਂਡ ਦੱਸੋ। ਫਿਰ ਬਾਬੇ ਨਾਨਕ ਨੇ ਸਾਰੀ ਕਹਾਣੀ ਦੱਸੀ ਉਸ ਦੀ। ਫਿਰ ਪਾਤਸ਼ਾਹ ਜੀ ਨੇ ਉੱਥੇ ਰਹਿਣਾ ਕੀਤਾ। ਸਾਲ ਬਾਅਦ ਉਹ ਦੂਜੇ ਜਹਾਜ਼ ਵਾਲੇ ਬੰਦੇ ਪਹੁੰਚ ਗਏ। ਉਹਨੇ ਵੇਖਿਆ ਬਾਬੇ ਨਾਨਕ ਦੀ ਉੱਥੇ ਬੱਲੇ ਬੱਲੇ ਹੋ ਰਹੀ ਹੈ। ਸਾਰੇ ਮੁਸਲਮਾਨ ਮੱਕੇ ਮਦੀਨੇ ਦੇ ਬਾਬੇ ਨਾਨਕ ਦੇ ਪੈਰੀ ਪੈ ਰਹੇ ਨੇ। ਮਦੀਨੇ ਵਾਲਿਆਂ ਨੇ ਕਹਿੰਦੇ ਬਾਬੇ ਨਾਨਕ ਦੀ ਖੜਾਮ ਰੱਖ ਲਈ ਉੱਥੇ। ਫਿਰ ਕਹਿੰਦੇ ਜੀ ਅਸੀਂ ਇਸ ਨੂੰ ਨਮਸਕਾਰ ਕਰਾਂਗੇ, ਤੁਸੀਂ ਤਾਂ ਖੁਦਾ ਦੇ ਰੂਪ ਹੋ। ਅਤੇ ਗੁਰੂ ਪਿਆਰਿਓ ਫਿਰ ਉੱਥੋਂ ਬਾਬਾ ਨਾਨਕ ਜੀ ਉਹਨਾਂ ਨੂੰ ਮਿਲੇ। ਉਹਨੂੰ ਪੁੱਛਿਆ ਵੀ ਇਹ ਫਕੀਰ ਕਦੋਂ ਕਦਾ ਆਇਆ ਤੁਹਾਡੇ ਇੱਥੇ? ਉਹ ਕਹਿੰਦੇ ਤਾਂ ਆਏ ਨੂੰ ਸਾਲ ਭਰ ਹੋ ਗਿਆ। ਕਹਿੰਦੇ ਕਮਾਲ ਹੋ ਗਈ ਯਾਰ, ਇਹ ਸਾਲ 'ਚ ਹੀ ਪਹੁੰਚ ਗਿਆ। ਇਹ ਤਾਂ ਕੋਈ ਅੱਲਾ ਦਾ ਰੂਪ ਹੀ ਹੈ ਇਹਦਾ ਮਤਲਬ। ਫਿਰ ਉੱਥੋਂ ਬਾਬਾ ਨਾਨਕ ਜੀ ਇੱਕ ਦਿਨ ਸ਼ਾਮਾਂ ਨੂੰ ਕਹਿੰਦੇ ਆ ਮਰਦਾਨਿਆਂ ਯਾਰ ਬੇਬੇ ਨੇ ਯਾਦ ਕੀਤਾ, ਚੱਲੀਏ। ਮਰਦਾਨਾ ਕਹਿੰਦਾ ਜੀ ਦਿਨ ਛਿਪਿਆ ਪਿਆ, ਹੁਣ ਕਿਵੇਂ ਪਹੁੰਚਾਂਗੇ? ਪਾਤਸ਼ਾਹ ਕਹਿੰਦੇ ਮੇਰਾ ਵਾਅਦਾ ਬੇਬੇ ਨਾਨਕੀ ਦੇ ਨਾਲ ਵੀ ਜਦੋਂ ਯਾਦ ਕਰੇਗੀ ਉਦੋਂ ਹੀ ਆ ਜਾਵਾਂਗੇ, ਇਸ ਕਰਕੇ ਹੁਣੇ ਜਾਣਾ ਪੈਣਾ। ਮਰਦਾਨਾ ਕਹਿੰਦਾ ਤੁਹਾਡੀ ਮਰਜ਼ੀ ਆ। ਕਹਿੰਦੇ ਨੇਤਰ ਬੰਦ ਕਰ। ਕਹਿੰਦੇ ਮਰਦਾਨੇ ਨੇ ਅੱਖਾਂ ਬੰਦ ਕੀਤੀਆਂ ਔਰ ਅਗਲੇ ਹੀ ਪਲ ਕਹਿੰਦੇ ਖੋਲ੍ਹ ਅੱਖਾਂ। ਤੇ ਅੱਖਾਂ ਖੋਲ੍ਹਦੇ ਅਤੇ ਕਹਿੰਦੇ ਸੁਲਤਾਨਪੁਰ ਪਹੁੰਚ ਗਏ। ਕੁੰਡਾ ਖੜਕਾਇਆ ਬੇਬੇ ਨਾਨਕੀ ਨੇ। ਉੱਤੋਂ ਵੇਖਿਆ ਥੱਲੇ ਨੂੰ, ਥੱਲੇ ਨੌਕਰਾਣੀ ਰਹਿੰਦੀ ਸੀ ਇੱਕ, ਉਹ ਬੇਬੇ ਨਾਨਕੀ ਨੂੰ ਬਹੂ ਕਹਿੰਦੀ ਸੀ। ਉਹਨੇ ਆਵਾਜ਼ ਮਾਰੀ, ਕੁੜੇ ਬਹੂ ਵੀਰ ਆ ਗਿਆ। ਅਤੇ ਬੇਬੇ ਨਾਨਕੀ ਉੱਤੋਂ ਥੱਲੇ ਉਤਰ ਕੇ ਆਈ, ਬਾਹਰ ਖੋਲ੍ਹਿਆ, ਬਾਬੇ ਨਾਨਕ ਨੂੰ ਅੰਦਰ ਲੈ ਗਈ। ਪ੍ਰਸ਼ਾਦੇ ਬਣਾ ਰਹੀ ਸੀ। ਪਾਤਸ਼ਾਹ ਕਹਿੰਦੇ ਬੇਬੇ ਕਿਵੇਂ ਯਾਦ ਕੀਤਾ? ਵੱਡੀ ਭੈਣ ਨੂੰ ਬੇਬੇ ਕਹਿੰਦੇ ਸੀਗੇ। ਬੇਬੇ ਕਿਵੇਂ ਯਾਦ ਕੀਤਾ? ਬੇਬੇ ਨਾਨਕੀ ਕਹਿੰਦੀ ਵੀਰਾ ਆਹ ਰੋਟੀ ਬਣਾ ਰਹੀ ਸੀ, ਫੁਲਕਾ ਬੜਾ ਫੁੱਲਿਆ ਸੋਹਣਾ, ਮੈਂ ਸੋਚਿਆ ਕਿਤੇ ਮੇਰਾ ਵੀਰ ਹੁੰਦਾ ਅਤੇ ਮੈਂ ਪ੍ਰਸ਼ਾਦਾ ਉਹਨੂੰ ਛਕਾਉਂਦੀ ਅਤੇ ਆ ਜਾ ਛਕ ਲੈ। ਫਿਰ ਕਹਿੰਦੇ ਉਹਨੇ ਪ੍ਰਸ਼ਾਦਾ ਛਕਿਆ ਅਤੇ ਬਾਬਾ ਨਾਨਕ ਜੀ ਉੱਥੋਂ ਤੁਰਨ ਲੱਗੇ। ਕਹਿੰਦੇ ਚੰਗਾ ਭੈਣੇ ਚੱਲਦੇ ਆ। ਭੈਣ ਨਾਨਕ ਕਹਿੰਦੀ ਇਹ ਕੀ ਹਿਸਾਬ ਹੋਇਆ? ਮਸਾਂ ਤਾਂ ਇੰਨੇ ਸਾਲਾਂ ਬਾਅਦ ਮੁੜ ਕੇ ਆਏ। ਇਹ ਜਿਹੜੀ ਉਹਨਾਂ ਦੀ ਯਾਤਰਾ ਸੀ 12 ਸਾਲ ਦੀ ਸੀ। ਕਹਿੰਦੇ ਬੜੀ ਲੰਮੀ ਯਾਤਰਾ ਸੀ।
ਕਹਿੰਦੇ ਬੜੇ ਲੰਮੇ ਸਮੇਂ ਬਾਅਦ ਮੈਨੂੰ ਮਿਲ ਕੇ ਆ ਕੇ ਮਿਲੇ ਹੋ, ਐਡੀ ਛੇਤੀ ਤੁਹਾਡਾ ਜੀਜਾ ਵੀ ਘਰ ਨਹੀਂ ਹੈ। ਜੈ ਰਾਮ। ਪਾਤਸ਼ਾਹ ਕਹਿਣ ਮੈਂ ਰਸਤੇ ਤੇ ਖੜਾ, ਮੈਂ ਡਿਊਟੀ ਤੇ ਖੜਾ, ਮੈਂ ਕੰਮ ਕਰ ਰਿਹਾ, ਪਰਮੇਸ਼ਰ ਨੇ ਭੇਜਿਆ ਮੈਨੂੰ ਜਿਸ ਕੰਮ ਲਈ, ਇਸ ਕਰਕੇ ਮੈਂ ਰੁਕ ਨਹੀਂ ਸਕਦਾ। ਫਿਰ ਉੱਥੇ ਭਾਈ ਬਾਲਾ ਜੀ ਸਨ, ਉਹ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ, ਬੇਬੇ ਨਾਨਕੀ ਬਰਾਤ ਕਰਦੀ ਹੈ, ਤੁਸੀਂ ਇੱਕ ਰਾਤ ਤਾਂ ਕੱਟ ਲਓ, ਤੜਕੇ ਚਲੇ ਜਾਇਓ, ਨਾਲੇ ਭਾਈਆ ਜੀ ਆ ਜਾਣਗੇ। ਫਿਰ ਬਾਬਾ ਨਾਨਕ ਜੀ ਉੱਥੇ ਰੁਕ ਗਏ, ਰਾਤ ਕੱਟੀ। ਫਿਰ ਦੂਜੇ ਦਿਨ ਅਗਲੀ ਯਾਤਰਾ 'ਤੇ ਜਾਂਦੇ ਆ। ਖੈਰ ਇਹ ਸ਼ਬਦ ਸਤਿਗੁਰਾਂ ਨੇ ਮੱਕੇ ਦੇ ਵਿੱਚ ਉਚਾਰਿਆ ਸੀ। ਵਿਚਾਰਾਂ ਇੱਥੇ ਹੀ ਰੋਕਦੇ ਹਾਂ। ਗੁਰੂ ਕਿਰਪਾ ਕਰ ਅਗਲੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।